सब्सक्राइब करें हमारा ऑफिशियल यूट्यूब चैनल और बेल आइकन दबाकर पाएं सभी नोटिफिकेशन। सत श्री अकाल, MHN प्राइम तुसी वेख रहे हो। मैं हाँ परमीत कौर वालिया और साडी टीम पहुंच चुकी है राजपुरा। जानकारी दे दईए, राजपुरा च असीं लोकां नाल गलबात करांगे। राजपुरा दे लोकां दे विच दिलां दे विच की है, की कुछ सोच रही है राजपुरा दी जनता कि इस बार किसनूं जिताउणा है, क्योंकि इलैक्शनस हुण 2 महीने दा समा भी नहीं रह गया, इलैक्शनस नेड़े ने। तो राजपुरा दी जनता क्या कुछ सोच रही है, की कुछ सोच रही है, उन्हां दे दिल विच की है, इस लई असीं राजपुरा पहुंच चुके हां। धालीवाल चौक जावांगे ते उत्थे समझांगे कि राजपुरा दी जनता लोकी की कुछ जाणदे ने। चलो साडे नाल। MH1 दी टीम पहुंच चुकी है पंजाब दे प्रवेश द्वार यानी कि राजपुरा दे विच। जानकारी दे दईए, राजपुरा दा मेन चौक है, इहनूं कहंदे ने धालीवाल चौक। असीं इत्थे पहुंच चुके हां, टाउन बाजार है पूरा। चलो हलचल दिखाने आ तुहानूं। जानकारी दे दईए 2022 दे विच है पंजाब दे विच इलैक्शनस, कुछ ही समा बाकी है। राजपुरा दी जनता की सोच रही है, राजपुरा दी जनता दे दिल विच की है, वो भी जानने की कोशिश करांगे। 4 साल जो कैप्टन सरकार ने सरकार चलाई, की राजपुरा दी जनता वही सोच रही है या फिर हुण बदलाव चाहती है। चलो बाजार दे विच चलदे हां, रौनकां भी दिखाने आ की कुछ राजपुरा दे विच खास है। इत्थे मिठाइयां भी बन रही ने, जूस भी है, इसे बहुत बड़ा बाजार है। जनता दे दिल विच की है, राजपुरा दी जनता की कुछ चाहती है, बदलाव चाहती है, की कुछ सोच रही है, उन्हां दे दिमाग दे विच की कुछ चल रहा है। लैके चलदे आ तुहानूं राजपुरा दे मेन बाजार दे विच। चलो सो जिवें कि ਅਸੀਂ ਤੁਹਾਨੂੰ ਦੱਸ ਰਹੇ ਸੀ, ਇਹ ਰਾਜਪੁਰਾ ਦਾ ਮੇਨ ਬਾਜ਼ਾਰ ਹੈ। ਇੱਥੇ ਪੂਰੀ ਜੋ ਸਟਾਲ ਹੈ ਲੱਗਿਆ ਹੋਇਆ ਸ਼ੂਜ਼ ਦਾ। ਕੀ ਨਾਂ ਹੈ ਜੀ? ਸੁਮਿਤ। ਇਲੈਕਸ਼ਨਸ ਦੇ ਵਿੱਚ ਕੁਝ ਹੀ ਸਮਾਂ ਬਾਕੀ ਹੈ ਹੁਣ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਦੱਸੋ ਕਿ ਰਾਜਪੁਰਾ ਦੀ ਜਨਤਾ ਕੀ ਕੁਝ ਚਾਹੁੰਦੀ ਹੈ, ਰਾਜਪੁਰਾ ਦੀ ਜਨਤਾ ਦੇ ਦਿਲ ਵਿੱਚ ਕੀ ਹੈ। ਵਿਧਾਇਕ ਜੀ ਨੇ ਕੰਮ ਕੀਤਾ ਹੈ ਨਹੀਂ ਕੀਤਾ? ਬਹੁਤ ਵਧੀਆ, ਬਹੁਤ ਵਧੀਆ। ਹਾਂਜੀ ਕਰਿਆ। ਅੱਗੇ ਫਿਰ ਤੁਸੀਂ ਕੀ ਕੁਝ ਬਸ ਜਿਹਨੇ ਕੰਮ ਕਰਿਆ ਉਹਨੂੰ ਹੀ ਵੋਟਾਂ ਹੀ ਪਾਵਾਂਗੇ। ਬਦਲਾਵ ਨਹੀਂ ਚਾਹੁੰਦੀ? ਨਹੀਂ, ਠੀਕ ਹੈ, ਓਕੇ ਹੈ। ਵਿਧਾਇਕ ਕੌਣ? ਹਰਦਿਆਲ ਕੰਬੋਜ ਜੀ। ਤੇ ਕੀ ਕੁਝ ਵਿਕਾਸ ਉਹਨਾਂ ਨੇ? ਬੇਬ ਸਿੰਘ ਮਿਲਟੀ ਜੀ ਹੈ, ਉਹਨਾਂ ਦੇ ਪੁੱਤਰ। ਬਹੁਤ ਵਧੀਆ ਕੰਮ ਕਰਾਇਆ ਸਾਨੂੰ। ਹਰੇਕ ਸਾਲ ਦੀਵਾਲੀ ਦੇ ਉੱਪਰ ਦਿੰਦੇ ਆ। ਬਹੁਤ ਬੜੀਆ ਇਹਨਾਂ ਦਾ ਸਿਸਟਮ। ਪਰ ਕਹਿੰਦੇ ਸੀ ਕਿ ਜਦੋਂ ਲੋਕਡਾਊਨ ਸੀ ਤਾਂ ਬਹੁਤ ਦਿੱਕਤ ਆ ਰਹੀ ਸੀ। ਕੋਈ ਦਿੱਕਤ ਨਹੀਂ ਆਈ, ਸਾਡਾ ਕੰਮ ਚੱਲ ਰਿਹਾ ਹਰੇਕ ਦਾ, ਦਿੱਕਤ ਕੋਈ ਆਈ ਨਹੀਂ। ਬਹੁਤ ਸਾਰੇ ਵਾਅਦੇ ਵੀ ਕਰ ਰਹੀ ਹੈ, ਅਲੱਗ-ਅਲੱਗ ਪਾਰਟੀਆਂ ਵੀ ਵਾਅਦੇ ਕਰ ਰਹੀ ਹੈ। ਉਹ ਤਾਂ ਹਰੇਕ ਕੋਈ ਕਰਦੀ ਹੈ। ਸਾਡੇ ਠੀਕ ਹੈ, ਆਪਣਾ ਕੰਮ ਚੱਲ ਰਿਹਾ ਹੈ, ਠੀਕ ਹੈ ਨਾ। ਸੋ ਇਹਨਾਂ ਦਾ ਤਾਂ ਕਹਿਣਾ ਹੈ ਕਿ ਭਈ ਵਿਧਾਇਕ ਜੀ ਨੇ ਬਹੁਤ ਕੰਮ ਕੀਤਾ। ਅੰਕਲ ਜੀ ਲੋਕਲ ਹੋ ਤੁਸੀਂ ਇੱਧਰ? ਹਾਂ ਲੋਕਲ। ਨਾਂ ਕੀ ਹੈ ਜੀ? ਸੁਰੇਸ਼ ਕੁਮਾਰ ਛਾਵੜਾ। ਵਿਧਾਇਕ ਜੀ ਨੇ ਕੰਮ ਕੀਤਾ ਇੱਥੇ? ਬਹੁਤ ਅੱਛਾ ਕਰਿਆ, ਬਹੁਤ ਅੱਛਾ ਕਰਿਆ। ਪਰ ਜੋ ਅਲੱਗ-ਅਲੱਗ ਪਾਰਟੀਆਂ ਨੇ ਉਹ ਵੀ ਬਹੁਤ ਵਾਅਦੇ ਕਰ ਰਹੀਆਂ। ਉਹ ਵੀ ਬਹੁਤ ਵਾਅਦੇ ਕਰ ਰਹੇ ਨੇ। ਇਹ ਵਾਅਦੇ ਇਹਨਾਂ ਨੇ ਬਹੁਤ ਅੱਛਾ ਕੰਮ ਕਰਿਆ ਨੇ ਕਮੋਦ ਸਾਹਿਬ ਨੇ। ਪਰ ਜਦੋਂ ਅਸੀਂ ਲੋਕਾਂ ਨਾਲ ਗੱਲਬਾਤ ਕੀਤੀ ਤੇ ਅਵਾਰਾ ਪਸ਼ੂਆਂ ਦੀ ਬਹੁਤ ਦਿੱਕਤ ਹੈ, ਪਾਣੀ ਦੀ ਬਹੁਤ। ਉੱਥੇ ਹਾਂ ਤਾਂ ਬਹੁਤ ਦਿੱਕਤ ਹੈ, ਉਹ ਜ਼ਿਆਦਾ ਦਿੱਕਤ ਹੈ, ਬੱਚਿਆਂ ਨੂੰ ਬਹੁਤ ਦਿੱਕਤ ਹੈ। ਪਸ਼ੂ ਬਹੁਤ ਜ਼ਿਆਦਾ ਅਵਾਰਾ ਘੁੰਮ ਰਹੇ ਨੇ, ਉਹਨਾਂ ਦੀ ਕੋਈ ਸੰਭਾਲ ਨਹੀਂ ਹੈ, ਕੋਈ ਦੇਖਭਾਲ ਨਹੀਂ ਉਹਨਾਂ ਦੀ। ਠੀਕ ਹੈ, ਤੇ ਲੋਕਲ ਲੋਕਾਂ ਤੋਂ ਹੋਰ ਵੀ ਗੱਲਬਾਤਾਂ ਕਰਾਂਗੇ ਅਸੀਂ। ਤੇ ਇਹ ਰਾਜਪੁਰਾ ਦਾ ਮੇਨ ਬਾਜ਼ਾਰ ਹੈ ਜਿੱਥੇ ਬਹੁਤ ਸਾਰੀਆਂ ਚੀਜ਼ਾਂ ਨੇ। ਇਹ ਜੋ ਤੁਹਾਨੂੰ ਦੱਸ ਦਈਏ, ਇਹ ਹੈ ਪੂਰਾ ਦੁਪੱਟਾ ਮਾਰਕੀਟ। ਇਹ ਦੁਪੱਟਾ ਮਾਰਕੀਟ ਹੈ। ਇੱਥੇ ਹੋਰ ਵੀ ਲੋਕੀ ਨੇ ਜਿਨ੍ਹਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅਸੀਂ, ਤੇ ਇੱਥੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਇੱਥੇ ਦੀ ਜਨਤਾ ਦੀ ਰਾਏ ਕੀ ਹੈ ਐਕਚੁਅਲੀ 'ਚ। ਅੰਕਲ ਜੀ ਸਤਿ ਸ਼੍ਰੀ ਅਕਾਲ। ਅਸੀਂ ਜ਼ਰਾ ਪੁੱਛ ਰਹੇ ਹਾਂ ਕਿ ਰਾਜਪੁਰਾ ਦੀ ਜਨਤਾ ਦੇ ਦਿਲ ਦੇ ਵਿੱਚ ਕੀ ਹੈ, ਵਿਧਾਇਕ ਜੀ ਨੇ ਕੰਮ ਕੀਤਾ ਨਹੀਂ ਕੀਤਾ? ਐਵੇਂ ਹੀ ਹੈ ਜੀ, ਹੁਣ ਹੁੰਦਾ ਪਿਆ ਕੰਮ ਤਾਂ, ਪਹਿਲਾਂ ਤਾਂ ਹੋਇਆ ਨਹੀਂ ਸੀ ਨਾ। ਹਾਂਜੀ ਹੁਣ 1 ਸਾਲ ਦਾ ਹੋ ਰਿਹਾ ਬਸ। ਫਿਰ ਇਸ ਵਾਰ ਤੁਸੀਂ ਵੋਟ ਦੇਖੋ ਚੇਂਜ ਕਰ ਰਹੇ ਬਸ ਇਸ ਵਾਰ ਤਾਂ। ਆਪ ਦੀ ਬਹੁਤ ਲਹਿਰ ਚੱਲਦੀ ਵੀ ਇਸ ਟਾਈਮ। ਬਾਕੀ ਦੇਖੋ ਰੱਬ। ਤੇ ਵਿਧਾਇਕ ਜੀ ਨੇ ਮਤਲਬ ਇੱਧਰ ਕੰਮ ਨਹੀਂ ਕੀਤਾ ਇਸ ਟਾਈਮ? ਦੇਖੋ 4 ਸਾਲ ਦਾ ਕੁਛ ਨਹੀਂ ਕਰਿਆ, ਹੁਣ ਬਹੁਤ ਜ਼ਿਆਦਾ ਹੁੰਦਾ ਪਿਆ ਕੰਮ। ਤੇ ਕਿੱਦਾਂ ਜ਼ੋਰ ਚੱਲ ਰਿਹਾ ਇਸ ਟਾਈਮ ਤਾਂ ਆਪ ਦੀ ਬਹੁਤ ਲਹਿਰ ਹੈ। ਬਾਕੀ ਅੱਗੇ ਰੱਬ ਰੱਖ। ਪਰ ਲੋਕਲ ਇਸ਼ੂਜ਼ ਇੱਧਰ ਕੀ ਨੇ? ਹੈ ਜੀ ਲੋਕਲ ਇਸ਼ੂਜ਼ ਕੀ ਨੇ? ਕੀ ਕੋਈ ਪਰੇਸ਼ਾਨੀਆਂ ਕੀ ਹੈ? ਪਰੇਸ਼ਾਨੀਆਂ? ਹੁਣ ਦੇਖੋ ਮਾਰਕੀਟਾਂ ਦੇ ਵਿੱਚ ਹਾਲ ਦੇਖੋ ਕਿਆ ਹੋਇਆ ਪਿਆ, ਕੋਈ ਸੁਣਦਾ ਨਹੀਂ ਕਿਸੇ ਦੀ ਗੱਲ ਵੀ। ਹਾਂ ਬਸ। ਸੋ ਇੱਧਰ ਅੰਕਲ ਜੀ ਸੀ, ਉਹਨਾਂ ਦਾ ਕਹਿਣਾ ਹੈ ਕਿ ਆਪ ਪਾਰਟੀ ਦੀ ਲਹਿਰ ਚੱਲ ਰਹੀ ਹੈ। ਅਲੱਗ-ਅਲੱਗ ਰਿਐਕਸ਼ਨਸ ਜੋ ਨੇ ਉਹ ਸਾਨੂੰ ਮਿਲ ਰਹੇ ਨੇ। ਹੋਰ ਵੀ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਅਸੀਂ। ਅਲੱਗ-ਅਲੱਗ ਇੱਧਰ ਦੁਕਾਨਾਂ ਨੇ, ਪੂਰਾ ਬਾਜ਼ਾਰ ਹੈ। ਇਹ ਬਹੁਤ ਵੱਡਾ ਬਾਜ਼ਾਰ ਹੈ ਜਿੱਥੇ ਸਬਜ਼ੀ ਮਾਰਕੀਟ ਵੀ ਬਹੁਤ ਵੱਡੀ ਹੈ ਤੇ ਨਾਲ ਹੀ ਨਾਲ ਇਹ ਪੂਰਾ ਇਹ ਦੁਪੱਟਾ ਮਾਰਕੀਟ ਹੈ, ਸ਼ੂ ਮਾਰਕੀਟ ਵੀ ਹੈ ਤੇ ਬਹੁਤ ਵੱਡੀ ਮਾਰਕੀਟ ਹੈ। ਚਲੋ ਇੱਕ ਦੁਕਾਨ ਦੇ ਵਿੱਚ ਲੈ ਕੇ ਚੱਲਦੇ ਹਾਂ ਤੁਹਾਨੂੰ। ਇਹ ਬਿਹਾਰੀ ਲਾਲ ਦੀ ਦੁਕਾਨ ਹੈ।
ਸਵੀਟਸ ਦੀ ਦੁਕਾਨ ਹੈ। ਜ਼ਰਾ ਇਹਨਾਂ ਤੋਂ ਪੁੱਛਦੇ ਹਾਂ ਕਿ ਇਹਨਾਂ ਦੇ ਦਿਲ ਵਿੱਚ ਕੀ ਹੈ, ਜਨਤਾ ਚਾਹੁੰਦੀ ਕੀ ਹੈ, ਜਨਤਾ ਆਖਿਰਕਾਰ ਸੋਚ ਕੀ ਰਹੀ ਹੈ, ਬਦਲਾਵ ਚਾਹੁੰਦੀ ਹੈ ਜਾਂ ਫਿਰ ਕੀ ਕੁਝ ਚਾਹੁੰਦੀ ਹੈ, ਉਹ ਜ਼ਰਾ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅੰਕਲ ਜੀ ਸਤਿ ਸ਼੍ਰੀ ਅਕਾਲ। ਹੈਲੋ, ਨਾ ਕੀ ਹੈ? ਮੋਹਨ ਲਾਲ ਜੀ। ਮੋਹਨ ਲਾਲ ਜੀ, ਅਸੀਂ ਜ਼ਰਾ ਪੁੱਛ ਰਹੇ ਹਾਂ ਲੋਕਾਂ ਤੋਂ ਕਿ ਜਨਤਾ ਚਾਹੁੰਦੀ ਕੀ ਹੈ, ਜਨਤਾ ਦੇ ਦਿਲ ਦੇ ਵਿੱਚ ਕੀ ਹੈ, ਕਿਉਂਕਿ ਬਹੁਤ ਹੀ ਘੱਟ ਸਮਾਂ ਰਹਿ ਗਿਆ ਇਲੈਕਸ਼ਨਸ ਦੇ ਵਿੱਚ, ਤੇ ਤੁਹਾਨੂੰ ਕੀ ਲੱਗਦਾ ਇੱਧਰ ਵਿਧਾਇਕ ਜੀ ਨੇ ਕੰਮ ਕੀਤਾ? ਵਿਧਾਇਕ ਥੋੜਾ ਬਹੁਤਾ ਕੀਤਾ, ਜ਼ਿਆਦਾ ਨਹੀਂ ਕੀਤਾ ਜੀ। ਹਾਂ, ਤੇ ਅੰਕਲ ਜੀ ਪਰੇਸ਼ਾਨੀਆਂ ਕੀ ਨੇ ਇੱਧਰ ਰਾਜਪੁਰਾ ਦੇ? ਪਰੇਸ਼ਾਨ ਸਾਡੇ ਕੋਲ ਨੂੰ ਤਾਂ ਸਿਵਲ ਹੁਣ ਪੈ ਲੱਗੇ, ਵਾਟਰ ਦੀ ਹੈ ਪ੍ਰੋਬਲਮ, ਗੈਸ ਵੀ ਆ ਜਾਏਗੀ ਕਹਿ ਰਹੇ ਨੇ। ਹੁਣ ਸੀਵਰੇਜ ਬਣਾ ਰਹੇ ਨੇ, ਸਾਡੀ ਨਿਊ ਅਫੀਸਰ ਕਲੋਨੀ ਉਧਰ ਬਣਾ ਰਹੇ ਨੇ ਗੈਸ ਵੀ ਕਹਿੰਦੇ ਆ ਜਾਏਗੀ, ਸੜਕਾਂ ਵੀ ਬਣ ਜਾਣੀਆਂ, ਕਰ ਰਹੇ ਨੇ ਕੰਮ, ਸੀਵਰੇਜ ਪੈ ਰਿਹਾ। ਤੇ ਤੁਸੀਂ ਕੀ ਬਣਾ ਰਹੇ ਹੋ? ਮੈਂ ਚਾਹ ਬਣਾ ਰਹੀ, ਤੁਸੀਂ ਚਾਹ ਬਣਾ ਰਹੇ ਹੋ? ਕਿੰਨਾ ਟਾਈਮ ਹੋ ਗਿਆ? ਮੈਨੂੰ 5-6 ਸਾਲ ਹੋ ਗਏ। ਇੱਧਰ ਹੀ? ਹਾਂ ਚਲੋ। ਸੋ ਇਹ ਵੀ ਇੱਕ ਦੁਕਾਨ ਹੈ ਬਜਾਜ ਸਵੀਟਸ ਐਂਡ ਬੇਕਰੀ। ਤੁਸੀਂ ਵੇਖ ਸਕਦੇ ਹੋ ਮੱਠੀਆਂ ਬਣ ਰਹੀਆਂ ਨੇ, ਬਿਸਕਿਟਸ ਹੈ ਜੋ ਹੋਮਮੇਡ ਬਣਾਏ ਜਾਂਦੇ ਨੇ। ਅੰਕਲ ਜੀ ਵੀ ਇੱਧਰ ਬਹੁਤ ਨੇ। ਅੰਕਲ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਹੈ? बढ़िया जी। ਨਾ ਕੀ ਹੈ? मेरा नाम सतपाल बजाज है जी। ਅੰਕਲ ਜੀ ਵਿਧਾਇਕ ਜੀ ਨੇ ਇੱਧਰ ਕੰਮ ਕੀਤਾ ਨਹੀਂ ਕੀਤਾ, ਜਾਂ ਫਿਰ ਇਸ ਵਾਰ ਜਨਤਾ ਕੀ ਸੋਚ ਰਹੀ ਹੈ? नहीं जी, बहुत साढ़े हिसाब नाल तां हुण बहुत अच्छा हो रहा जी। कोई इस टाइम कोई शिकायत का मौका नहीं दे रहे सानू, बहुत अच्छा काम चल रहा है इस टाइम। ਲੇਕਿਨ ਜਨਤਾ ਹੋਰ ਵੀ, ਜਦੋਂ ਅਸੀਂ ਰਿਐਕਸ਼ਨ ਪੁੱਛੇ ਤਾਂ ਜਨਤਾ ਆਪ ਦੀ ਵੀ ਲਹਿਰ ਦੱਸੇ। पार्टी तो देखो जी इस टाइम मिली जुली देखो हुण क्या आंदा है, देखो जी उन्हां दा भी थोड़ा जिहा है करेज, आम आदमी पार्टी का, कांग्रेस का भी है, बाकी देखो टाइम दसेगा क्या होंगे। ਅੱਛਾ, ਕਿੰਨੀ ਪੁਰਾਣੀ ਦੁਕਾਨ ਹੈ ਅੰਕਲ ਜੀ? साडी दुकान 40-45 साल पुरानी है जी। ਰਾਜਪੁਰਾ ਦੀ ਜਨਤਾ ਇੱਧਰੋਂ ਲੈ ਕੇ ਜਾਂਦੀ ਹੈ? बिल्कुल जाती है जी। हुण इन्ना स्टॉक रखे है तो कस्टमर ने लैना ही आना है। हुण तुहाडे सामने देखो कस्टमर खड़े ही हैं, ये लैन आए हैं सारे। ਸੋ ਅੰਕਲ ਜੀ ਸੀ ਹੈ ਜਿਨ੍ਹਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਜੋ ਇਹ ਛੋਟੀ ਜੀ ਦੁਕਾਨ ਹੈ ਉਹ 40-45 ਸਾਲ ਦੀ ਹੈ। ਮੱਠੀਆਂ ਵੀ ਬਣ ਰਹੀ ਹੈ, ਬਿਸਕੁਟ ਬਣਾਏ ਜਾ ਰਹੇ ਨੇ, ਬਹੁਤ ਸਾਰੀਆਂ ਚੀਜ਼ਾਂ ਨੇ, ਸਵੀਟਸ ਹੈ, ਬੇਕਰੀ ਫੁੱਲ ਔਨ ਸ਼ਾਪ ਹੈ। ਤੇ ਅੱਗੇ ਹੁਣ ਅਸੀਂ ਵੱਧਦੇ ਹਾਂ, ਚੱਲਦੇ ਹਾਂ ਸਬਜ਼ੀ ਮਾਰਕੀਟ, ਕਿਉਂਕਿ ਇਹ ਵੀ ਕਿਹਾ ਜਾਂਦਾ ਹੈ ਕਿ ਇਹ ਬਹੁਤ ਵੱਡੀ ਸਬਜ਼ੀ ਮਾਰਕੀਟ ਹੈ ਜਿੱਥੋਂ ਸਪਲਾਈ ਵੀ ਹੁੰਦੀ ਹੈ। ਤੇ ਅਸੀਂ ਰਾਜਪੁਰਾ ਦੇ ਟਾਊਨ ਬਾਜ਼ਾਰ ਦੇ ਵਿੱਚ ਮੌਜੂਦ ਹਾਂ, ਜਿੱਥੇ ਰੌਣਕ ਜੋ ਹੈ ਉਹ ਬਰਕਰਾਰ ਹੈ। ਬਹੁਤ ਵੱਡੀ ਰੌਣਕ ਹੈ ਇੱਧਰ, ਬਹੁਤ ਸਾਰੀਆਂ ਦੁਕਾਨਾਂ ਨੇ। ਇਹ ਫਰੂਟ ਮਾਰਕੀਟ ਤੋਂ ਸ਼ੁਰੂਆਤ ਹੁੰਦੀ ਹੈ। ਜ਼ਰਾ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। सत श्रीकाल जी। ਤੇ ਵਿਧਾਇਕ ਜੀ ਨੇ ਕੰਮ ਕੀਤਾ ਨਹੀਂ ਕੀਤਾ, ਜਨਤਾ ਕੀ ਚਾਹੁੰਦੀ ਹੈ ਇਸ ਵਾਰ? काम तो हो रहे हैं, सड़कों के काम हुए हैं, सड़कें देखो, फुवारा चौक बना है, मुक्त चौक बना है, होता रहा है काम। बाकी जनता का कुछ नहीं बता सकते किसके मन में क्या है। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕੀ ਕੁਝ ਚੱਲ ਰਿਹਾ ਹੈ? ਠੀਕ ਚੱਲ ਰਿਹਾ ਜੀ। ਹਾਂਜੀ, ਤੇ ਸੋਚ ਕੀ ਰਹੀ ਹੈ ਜਨਤਾ ਇਸ ਵਾਰ? ਤੁਸੀਂ ਕੀ ਸੋਚ ਰਹੇ ਹੋ, ਕਿਹਨੂੰ ਵੋਟ ਪਾਓਗੇ? ਅਸੀਂ ਤਾਂ ਹਰਦਿਆਲ ਸਿੰਘ ਕਮੋਰ ਸਾਹਿਬ ਨੂੰ ਪਾਵਾਂਗੇ ਜੀ। ਹਾਂਜੀ ਮਤਲਬ ਲਹਿਰ ਹੈ ਪੂਰੀ? ਹਾਂਜੀ ਹਾਂਜੀ, ਉਹਨਾਂ ਨੇ ਬਹੁਤ ਸਾਰੇ ਕੰਮ ਕਰਾਏ ਨੇ ਕਮੋਰ ਸਾਹਿਬ ਨੇ। ਹਾਂਜੀ, ਸਾਰਿਆਂ ਨਾਲ ਮਿਲ ਕੇ ਚੱਲਦੇ ਹਾਂ ਜੀ। ਹਾਂਜੀ ਹਾਂਜੀ, ਠੀਕ ਹੈ। ਇਹਨਾਂ ਦਾ ਕਹਿਣਾ ਹੈ ਕਿ ਬਈ ਬਹੁਤ ਕੰਮ ਹੋਏ ਨੇ, ਹਰਦਿਆਲ ਸਿੰਘ ਕੰਮੋਰ ਨੇ ਬਹੁਤ ਸਾਰੇ ਕੰਮ ਕਰਵਾਏ ਨੇ। ਅੱਗੇ ਹੁਣ ਵੱਧਦੇ ਹਾਂ, ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਹੀ ਗੱਲ ਜੀ। ਹਾਂਜੀ, ਕੀ ਕੁਝ ਸੋਚ ਰਹੀ ਹੈ ਇਸ ਵਾਰ ਜਨਤਾ? ਚੋਣ ਜੋ ਹੈ ਹੁਣ ਨਜ਼ਦੀਕ ਹੈ, 2 ਮਹੀਨਾ ਰਹਿ ਗਿਆ ਹੈ। ਸਾਨੂੰ ਤਾਂ ਆਪਣੇ ਨੂੰ ਹੀ ਪਤਾ ਕਰਦੇ ਮੈਂ ਕਿੱਥੇ ਵੋਟ ਪਾਉਣੀ, ਬਾਹਰ ਜਨਤਾ ਦਾ ਕੀ ਕਰ ਸਕਦੇ। ਤੁਸੀਂ ਦੱਸੋ। ਨਹੀਂ, ਮੁਸ਼ਕਲ ਕਿ ਤਿੰਨਾਂ ਦੇ ਪਾਰਟੀ ਦਾ ਔਖਾ ਹੋਇਆ ਪਿਆ। ਵਿਧਾਇਕ ਜੀ ਨੇ ਕੰਮ ਕੀਤਾ ਹੈ? ਹਾਂ, ਕੰਮ ਤਾਂ ਕੀਤਾ ਹੈ। ਤੁਸੀਂ ਇੱਧਰ ਲੋਕਲ ਹੀ ਰਹਿੰਦੇ ਹੋ? ਨਹੀਂ ਨਹੀਂ, ਮੈਂ ਪਿੰਡ ਤੋਂ। ਹਾਂਜੀ, ਪਿੰਡ ਤੋਂ। ਪਿੰਡ ਤੋਂ, ਠੀਕ ਹੈ। ਸੋ ਹੋਰ ਵੀ ਲੋਕਾਂ ਨਾਲ ਇੱਥੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਲੋਕਲ ਬੰਦੇ ਜੋ ਕੀ ਕੁਝ ਸੋਚ ਰਹੇ ਨੇ, ਉਹਨਾਂ ਦੇ ਦਿਲ ਵਿੱਚ ਕੀ ਹੈ। ਸੋ ਹੁਣ ਅਸੀਂ ਪਹੁੰਚ ਚੁੱਕੇ ਹਾਂ ਰਾਜਪੁਰਾ ਦੇ ਸਬਜ਼ੀ ਬਾਜ਼ਾਰ ਦੇ ਵਿੱਚ। ਅਸੀਂ ਪਹਿਲਾਂ ਤੁਹਾਨੂੰ ਦਿਖਾਇਆ ਉਹ ਜੋ ਪੂਰੀ ਮਾਰਕੀਟ ਸੀ, ਤੇ ਹੁਣ ਇਹ ਹੈ ਪੂਰਾ ਸਬਜ਼ੀ ਬਾਜ਼ਾਰ। ਤੁਸੀਂ ਇੱਕ ਵਾਰ ਜ਼ਰਾ ਨਜ਼ਰ ਪਾਓ, ਇਹ ਬਹੁਤ ਵੱਡੀ ਮਾਰਕੀਟ ਹੈ ਜਿੱਥੇ ਸਪਲਾਈ ਵੀ ਹੁੰਦੀ ਹੈ, ਲੋਕ ਖਰੀਦਦਾਰੀ ਵੀ ਕਰਦੇ ਨੇ। ਲੋਕਾਂ ਨਾਲ ਗੱਲਬਾਤ ਵੀ ਕਰਾਂਗੇ ਤੇ ਸ਼ੁਰੂ ਕਰਦੇ ਹਾਂ। ਅੰਕਲ ਜੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਕਿੰਨੀ ਪੁਰਾਣੀ ਹੈ? ਇਹ 20-25 ਸਾਲ ਤੋਂ ਬੈਠੇ ਆ। ਤੁਹਾਡਾ ਨਾਂ ਕੀ ਹੈ? ਨਾਨਕ ਚੰਦ। ਅੰਕਲ ਜੀ ਕੀ ਲੱਗਦਾ ਹੈ ਕਿ ਕਿਉਂਕਿ ਹੁਣ ਚੋਣ ਨਜ਼ਦੀਕ ਨੇ, 2 ਮਹੀਨਾ ਰਹਿ ਗਏ ਇਲੈਕਸ਼ਨਸ ਦੇ ਵਿੱਚ, ਕੀ ਕੁਝ ਸੋਚ ਰਹੇ ਹੋ? ਦੇਖਾਂਗੇ, ਜਿਹੜਾ ਕੰਮ ਕਰਨ ਵਾਲਾ ਬੰਦਾ ਹੋਏਗਾ ਉਹਨੂੰ ਵੋਟ ਪਾਵਾਂਗੇ। ਇਹ ਤਾਂ ਸੋਚਾਂਗੇ ਨਾ, ਹਾਲੇ ਜਦ ਆਣਗੇ ਦੇਖਾਂਗੇ ਕਿਹੜੇ ਕਿਹੜੇ ਲੀਡਰ ਖੜੇ ਹੋਏ ਆ, ਇਹ ਸੋਚ ਕੇ ਉਹਨਾਂ ਨੂੰ ਵੀ ਵੋਟ ਪਾਵਾਂਗੇ। ਲੇਕਿਨ ਜੋ ਵਿਧਾਇਕ ਜੀ ਨੇ ਉਹਨਾਂ ਨੇ ਕੰਮ ਕੀਤਾ ਹੈ? ਹਾਂ, ਕੀਤਾ ਤੇ ਹੈ, ਕਈ ਕੰਮ ਕੀਤੇ ਹੈ, ਕਈ ਰਹਿ ਵੀ ਜਾਂਦੇ ਨੇ। ਹੁਣ ਸਾਰੇ ਕੰਮ ਤਾਂ ਕਰ ਨਹੀਂ ਸਕਦੇ, ਤੇ ਦੂਜੀ ਪਾਰਟੀਆਂ ਵੀ ਬਹੁਤ ਸਾਰੇ ਵਾਅਦੇ ਕਰ ਰਹੀ ਹੈ। ਕੀ ਲੱਗਦਾ? ਵਾਅਦੇ ਤਾਂ ਹਰ ਕੋਈ ਕਰਦਾ ਹੈ, ਜੇ ਪੂਰੇ ਕਰਨ ਤਾਂ ਹੀ ਨਾ। ਅਸੀਂ ਵੀ ਦੇਖਾਂਗੇ ਵੀ ਕਿਹੜਾ ਵਿਧਾਇਕ ਖੜਾ ਹੋਇਆ ਹੈ,
ਜੋ ਸਾਨੂੰ ਦਿਖੇਗਾ ਵੀ ਸਾਡੇ ਕੰਮ ਹੋਣਗੇ ਅਸੀਂ ਉਹਨੂੰ ਵੋਟ ਪਾ ਦੇਣਾ ਹੈ। ਆਮ ਆਦਮੀ ਪਾਰਟੀ ਵੀ ਬਹੁਤ ਵਾਅਦੇ ਕਰ ਰਹੀ ਹੈ, ਕੈਪਟਨ ਨੇ ਵੀ ਨਵੀਂ ਪਾਰਟੀ ਬਣਾ ਲਈ ਹੈ, ਕੀ ਲੱਗਦਾ ਤੁਹਾਨੂੰ? ਦੇਖੋ ਜੀ ਇਹ ਤਾਂ ਹੁਣ ਜਨਤਾ ਦੱਸੇਗੀ, ਅਸੀਂ ਕਿਆ ਦੱਸਣਾ ਹੈ। ਇਹ ਵਿਧਾਇਕ ਜਿਹੜਾ ਆਏਗਾ ਸਾਹਮਣੇ ਫਿਰ ਪਤਾ ਲੱਗਣਾ ਹੈ। ਠੀਕ ਹੈ, ਸੋ ਲਹਿਰ ਜੋ ਹੈ ਬਈ ਵਿਧਾਇਕ ਸਾਹਿਬ ਨੇ ਕੰਮ ਤਾਂ ਕੀਤਾ ਲੋਕਾਂ ਦਾ ਸਾਫ਼ ਤੌਰ ਤੇ ਕਹਿਣਾ। ਹੋਰ ਵੀ ਅੰਕਲ ਜੀ ਹੈ, ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਇਹ ਪੂਰਾ ਸਬਜ਼ੀ ਬਾਜ਼ਾਰ ਹੈ, ਬਹੁਤ ਵੱਡੀ ਮਾਰਕੀਟ ਹੈ ਜਿੱਥੇ ਲੋਕੀ ਖਰੀਦਦਾਰੀ ਵੀ ਕਰਦੇ ਨੇ, ਸਪਲਾਈ ਵੀ ਹੁੰਦੀ ਹੈ। ਲੋਕਾਂ ਨਾਲ ਮਿਲਦੇ ਹਾਂ ਜ਼ਰਾ। ਸਤਿ ਸ਼੍ਰੀ ਅਕਾਲ ਅੰਕਲ ਜੀ। ਸਤਿ ਸ੍ਰੀ ਅਕਾਲ ਜੀ। ਕੀ ਨਾਂ ਹੈ ਜੀ? ਸੁਖਵਿੰਦਰ ਸਿੰਘ ਹੈ ਜੀ। ਅੰਕਲ ਜੀ ਕੀ ਲੱਗਦਾ ਹੈ, ਕਿਉਂਕਿ ਚੋਣ ਹੁਣ ਨਜ਼ਦੀਕ ਨੇ, 2 ਮਹੀਨੇ ਰਹਿ ਗਏ ਇਲੈਕਸ਼ਨਸ ਦੇ ਵਿੱਚ, ਕੀ ਕੁਝ ਸੋਚ ਰਹੇ ਹੋ? ਮਹਿੰਗਾਈ ਬਹੁਤ ਵੱਧ ਗਈ ਜੀ, ਹਰ ਇੱਕ ਚੀਜ਼ ਮਹਿੰਗੀ ਹੋ ਗਈ। ਮਹਿੰਗਾਈ ਘਟਣੀ ਚਾਹੀਦੀ। ਕਾਰਨ ਕੀ ਰਿਹਾ? ਪਤਾ ਨਹੀਂ ਲੱਗਦਾ ਕੀ ਕਾਰਨ ਹੈ, ਸਰਕਾਰਾਂ ਕਿਹੋ ਜਿਹੀਆਂ ਆ ਗਿਆ ਤਾਂ ਮਹਿੰਗਾਈ ਵਧੀ ਜਾਂਦੀ ਹੈ। ਲੇਕਿਨ ਜੋ ਇਧਰ ਦੇ ਵਿਧਾਇਕ ਨੇ ਹਰਦਿਆਲ ਸਿੰਘ ਕੰਬੋਜ, ਕੀ ਲੱਗਦਾ ਕੰਮ ਹੋਇਆ? ਕੰਮ ਤਾਂ ਹੋਇਆ ਜੀ, ਕੰਮ ਤਾਂ ਠੀਕ ਹੈ। लेकिन जनता कह रही है कि बहुत सारी हले भी परेशानियां ने जो दूर नहीं हुई बहुत समय तक। ਪੂਰੀ ਪਰੇਸ਼ਾਨੀਆਂ ਤਾਂ ਮੈਡਮ ਦੂਰ ਹੁੰਦੀਆਂ ਹੀ ਨਹੀਂ, ਭਾਵੇਂ ਘਰ 'ਚ ਦੇਖ ਲਓ ਭਾਵੇਂ ਸਰਕਾਰਾਂ ਨੂੰ ਦੇਖ ਲਓ, ਪੂਰੀ ਤਾਂ ਹੋਈਆਂ ਨਹੀਂ ਕਦੀ ਵੀ। ਤੁਸੀਂ ਇੱਧਰ ਲੋਕਲ ਰਹਿੰਦੇ ਹੋ? ਲੋਕਲ ਆ ਜੀ। ਕਿੱਥੇ ਰਹਿੰਦੇ ਹੋ? ਸ਼ੰਭੂ ਜੀ। ਸੰਭੂ ਰਹਿੰਦੇ ਹੋ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਂ ਹੈ ਜੀ? ਕਰਮਜੀਤ ਸਿੰਘ ਜੀ। ਕਰਮਜੀਤ ਜੀ ਕੀ ਲੱਗਦਾ ਹੈ ਕਿ ਕੰਮ ਕੁਝ ਹੋਇਆ ਇੱਧਰ, ਵਿਕਾਸ ਹੋਇਆ? ਕੰਮ ਤਾਂ ਜੀ ਕਿੱਥੇ ਹੋਣੇ ਆ, ਤਾਂ ਗੱਲਾਂ ਹੀ ਇਹਨਾਂ ਦੀਆਂ ਬਸ ਜੀ। ਸੋ ਨਵੀਂ ਪਾਰਟੀਆਂ ਜੋ ਲਹਿਰ ਬਣਾ ਰਹੀਆਂ ਉਹਨਾਂ ਦਾ ਕੀ ਦੇਖਦੇ ਹਾਂ ਹੁਣ ਕਿਹੜੀ ਨਿੱਤਰਦੀ ਹੈ। ਪਾਰਟੀਆਂ ਬਹੁਤ ਆ ਗਈ, ਹੁਣ ਕਿਹਨੂੰ ਚੁਣੀਏ ਦੱਸੋ। ਸੋ ਇਹਨਾਂ ਦੀ ਸ਼ੌਪ ਨੂੰ 10 ਸਾਲ ਹੋ ਗਏ ਨੇ ਤੇ ਇਹ ਵੀ ਦੱਸ ਰਹੇ ਨੇ ਕਿ ਬਈ ਵਿਧਾਇਕ ਜੀ ਨੇ ਬਹੁਤ ਕੰਮ ਕਰਾਏ ਨੇ ਇੱਥੇ। ਰਾਜਪੁਰਾ ਦੀ ਜਨਤਾ ਬਹੁਤ ਲੋਕਾਂ ਨਾਲ ਅਸੀਂ ਗੱਲਬਾਤ ਕੀਤੀ, ਸਾਫ਼ ਤੌਰ ਤੇ ਉਹਨਾਂ ਦਾ ਸਭ ਦਾ ਕਹਿਣਾ ਕਿ ਵਿਧਾਇਕ ਜੀ ਨੇ ਕੰਮ ਤਾਂ ਬਹੁਤ ਕਰਾਏ ਨੇ। ਦੂਜੀ ਪਾਰਟੀਆਂ ਦੀ ਵੀ ਲਹਿਰ ਹੈ, ਲੇਕਿਨ ਮਿਕਸਡ ਰਿਐਕਸ਼ਨਸ ਜੋ ਨੇ ਉਹ ਸਾਹਮਣੇ ਆ ਰਹੇ ਨੇ। ਬਹੁਤ ਸਾਰੇ ਲੋਕੀ ਨੇ ਬਹੁਤ ਸਾਰੇ ਰਿਐਕਸ਼ਨਸ ਦੇ ਰਹੇ ਨੇ, ਉਹਨਾਂ ਦਾ ਸਾਫ਼ ਤੌਰ ਤੇ ਕਹਿਣਾ ਕਿ ਚਾਂਸ ਦੇਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ। ਵਿਧਾਇਕ ਜੀ ਨੇ ਕੰਮ ਤਾਂ ਕਰਾਏ ਨੇ ਲੇਕਿਨ ਚਾਂਸ ਵੀ ਅਸੀਂ ਜੋ ਹੈ ਉਹ ਦੇਵਾਂਗੇ। ਸੋ ਲੋਕਾਂ ਨਾਲ ਗੱਲਬਾਤ ਇੱਧਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਹੈ? ਵਧੀਆ ਜੀ। ਨਾਂ ਕੀ ਹੈ ਜੀ ਤੁਹਾਡਾ? ਜਸਵੀਰ ਕੌਰ। ਜਸਪ੍ਰੀਤ, ਕੀ ਕੁਝ ਲੱਗਦਾ ਤੁਹਾਨੂੰ ਕਿ ਇੱਧਰ, ਕਿਉਂਕਿ ਹੁਣ 2 ਮਹੀਨੇ ਰਹਿ ਗਏ ਇਲੈਕਸ਼ਨਸ ਦੇ ਵਿੱਚ, ਤੁਸੀਂ ਕੀ ਸਮਝ ਰਹੇ ਹੋ ਇੱਕ ਵੂਮਨ ਹੋਣ ਦੇ ਨਾਤੇ, ਤੁਹਾਨੂੰ ਕੀ ਲੱਗਦਾ ਹੈ ਕਿ ਕੀ ਕੁਝ ਵਿਕਾਸ ਇੱਧਰ ਹੋਏ ਨੇ ਜਾਂ ਫਿਰ ਤੁਸੀਂ ਕੁਝ ਹੋਰ ਸੋਚ ਰਹੇ ਹੋ ਕਿ ਇਸ ਵਾਰ ਕਿਸੇ ਹੋਰ ਨੂੰ ਚਾਂਸ, ਕਿਸੇ ਹੋਰ ਪਾਰਟੀ ਨੂੰ ਚਾਂਸ ਦੇਣਾ ਜ਼ਰੂਰੀ ਹੈ? ਕਿਸੇ ਹੋਰ ਪਾਰਟੀ ਨੂੰ ਚਾਂਸ ਦੇਣਾ ਜ਼ਰੂਰੀ ਹੈ। ਤੁਸੀਂ ਕੀ ਸੋਚ? ਅਸੀਂ ਸੋਚ ਰਹੇ ਕਿਸੇ ਹੋਰ ਪਾਰਟੀ ਨੂੰ ਚਾਂਸ ਮਿਲਣਾ ਚਾਹੀਦਾ ਹੈ, ਕਿਉਂਕਿ ਅਸੀਂ ਦੋਨੋਂ ਪਾਰਟੀਆਂ ਦੇਖ ਚੁੱਕੇ ਹਾਂ, ਕੁਝ ਨਹੀਂ ਕਰ ਰਹੀਆਂ। ਨਾ ਯੰਗ ਵਾਸਤੇ, ਅਗਲੀ ਨਿਊ ਜਨਰੇਸ਼ਨ ਵਾਸਤੇ ਤਾਂ ਕੁਝ ਵੀ ਨਹੀਂ ਹੋ ਰਿਹਾ। ਤੇ ਅਸੀਂ ਸੋਚ ਰਹੇ ਹਾਂ ਕਿ ਨਵੀਂ ਪਾਰਟੀ ਜਿਹੜੀ ਵੀ ਆਵੇ ਉਹਨੂੰ ਚਾਂਸ ਦੇਣਾ ਚਾਹੀਦਾ। ਸੋ ਬਹੁਤ ਸਾਰੇ ਵਾਅਦੇ ਹੋ ਰਹੇ ਨੇ, ਜਿਵੇਂ ਆਪ ਪਾਰਟੀ ਵਾਅਦਾ ਕਰ ਰਹੀ ਹੈ ਕਿ ਉਹ 1000 ਰੁਪਏ ਮਹਿਲਾਵਾਂ ਨੂੰ ਦੇਣਗੇ ਤੇ ਬਾਕੀ ਪਾਰਟੀਆਂ ਵੀ ਵਾਅਦਾ ਕਰ ਨਹੀਂ, ਇਹ ਵਾਅਦਿਆਂ ਦਾ ਕੁਝ ਨਹੀਂ। ਸਾਨੂੰ ਕੋਈ ਵੀ, ਸਾਨੂੰ ਨਾ 1000 ਰੁਪਏ ਮਿਲਣਾ ਚਾਹੀਦਾ, ਨਾ ਸਾਨੂੰ ਕੋਈ ਫ੍ਰੀ ਸਕੀਮ ਚਾਹੀਦੀ। ਸਾਨੂੰ ਸਿਰਫ ਚਾਹੀਦਾ ਕਿ ਸਾਡੀ ਨੌਜਵਾਨ ਪੀੜ੍ਹੀ, ਉਹਨਾਂ ਨੂੰ ਰੋਜ਼ਗਾਰ ਮਿਲੇ ਤੇ ਸਾਨੂੰ ਆਪਣੇ ਹੱਕ ਮਿਲਣੇ ਚਾਹੀਦੇ ਆ। ਕਿਉਂਕਿ ਫ੍ਰੀ ਸਿਸਟਮ ਨਾਲ, ਫ੍ਰੀ ਜੇ ਆਪਾਂ ਕੋਈ ਵੀ ਚੀਜ਼ ਫ੍ਰੀ ਹੁੰਦੀ ਆ ਤਾਂ ਆਪਾਂ ਨੂੰ ਸਾਰਾ ਸਿਸਟਮ ਖਰਾਬ ਹੋ ਜਾਂਦਾ। ਫ੍ਰੀ ਬਿਲਕੁਲ ਖਤਮ ਹੋਣਾ ਚਾਹੀਦਾ। ਨਾ ਬਿਜਲੀ ਫ੍ਰੀ, ਨਾ ਪਾਣੀ ਫ੍ਰੀ, ਨਾ ਆਟਾ ਦਾਲ ਸਕੀਮ, ਇਹ ਸਭ ਕੁਝ ਬੰਦ ਕਰਕੇ ਰੋਜ਼ਗਾਰ ਮਿਲਣਾ ਚਾਹੀਦਾ ਤੇ ਹਰ ਇੱਕ ਬੰਦੇ ਨੂੰ ਫ੍ਰੀ ਐਜੂਕੇਸ਼ਨ ਮਿਲਣੀ ਚਾਹੀਦੀ, ਮੈਡੀਕਲ ਮਿਲਣਾ ਚਾਹੀਦਾ, ਜਿਹਦੇ ਨਾਲ ਕਿ ਆਪਣੇ ਸਮਾਜ ਦਾ ਸੁਧਾਰ ਹੋ ਸਕੇ। ਰਾਜਪੁਰਾ ਦੇ ਨੌਜਵਾਨਾਂ ਨਾਲ ਧੋਖਾ ਹੋ ਰਿਹਾ? ਬਿਲਕੁਲ ਹੋ ਰਿਹਾ, ਸਭ ਨਾਲ ਹੀ ਹੋ ਰਿਹਾ, ਕਿ ਸਿਰਫ ਰਾਜਪੁਰਾ ਤੇ ਨਹੀਂ, ਸਾਰਿਆਂ ਨਾਲ ਹੀ ਹੋ ਰਿਹਾ, ਪੂਰੇ ਦੇਸ਼ ਨਾਲ ਹੋ ਰਿਹਾ। ਚਲੋ ਥੈਂਕ ਯੂ ਜੀ। ਸੋ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਕਿ ਇੱਕ ਵੂਮਨ ਹੋਣ ਦੇ ਨਾਤੇ ਉਹਨਾਂ ਦਾ ਸਾਫ਼ ਤੌਰ ਤੇ ਕਹਿਣਾ ਕਿ ਨੌਜਵਾਨ ਪੀੜ੍ਹੀ ਜੋ ਹੈ ਉਹ ਇਸ ਸਮੇਂ ਜ਼ਿਆਦਾ ਪਰੇਸ਼ਾਨ ਹੈ। ਸਰਕਾਰਾਂ ਨੂੰ ਸੋਚਣਾ ਚਾਹੀਦਾ ਕਿ ਨੌਜਵਾਨ ਪੀੜ੍ਹੀ ਵਾਸਤੇ ਉਹ ਬਹੁਤ ਕੁਝ ਕਰ ਸਕਣ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ। ਹਾਂਜੀ, ਤੁਸੀਂ ਇੱਧਰ ਲੋਕਲ ਰਹਿੰਦੇ ਹੋ? ਹਾਂਜੀ ਹਾਂਜੀ। ਕੀ ਨਾਂ ਹੈ ਜੀ? ਨੀਲਮ। ਨੀਲਮ ਜੀ, ਕਿਉਂਕਿ ਹੁਣ ਇਲੈਕਸ਼ਨਸ ਦੇ ਵਿੱਚ ਬਹੁਤ ਘੱਟ ਸਮਾਂ ਰਹਿ ਗਿਆ ਹੈ, 2 ਮਹੀਨੇ ਰਹਿ ਗਏ ਨੇ, ਤੇ ਤੁਸੀਂ ਕੀ ਸੋਚ ਰਹੇ ਹੋ ਕਿ ਇਸ ਵਾਰ ਬਦਲਾਵ ਚਾਹੁੰਦੇ ਹੋ? ਮਹਿਲਾਵਾਂ ਵਾਸਤੇ ਵੀ ਬਹੁਤ ਕੁਝ ਹੋਇਆ ਨਹੀਂ ਹੋਇਆ? ਵਾਸਤੇ ਚਾਹੁੰਦੇ ਆ, ਸਾਰਿਆਂ ਵਾਸਤੇ, ਮਹਿਲਾਵਾਂ ਵਾਸਤੇ ਹੋਏ, ਬੱਚਿਆਂ ਵਾਸਤੇ ਵੀ ਹੋਏ, ਐਜੂਕੇਸ਼ਨ ਹੋਏ। ਆਮ ਟੀਚਰ ਇਨ ਦ ਸਕੂਲ, ਸੋ ਐਜੂਕੇਸ਼ਨ ਔਰ ਜਿਹੜਾ ਪੋਲਿਊਸ਼ਨ ਹੈ ਐਂਡ ਉਹਦੇ ਐਜੂਕੇਸ਼ਨ ਸਿਸਟਮ, ਸਭ ਤੋਂ ਪਹਿਲਾਂ ਤਾਂ ਐਜੂਕੇਸ਼ਨ ਸਿਸਟਮ ਠੀਕ ਨਹੀਂ ਹੈ, ਸਕੂਲਾਂ ਦਾ ਸਿਸਟਮ ਠੀਕ ਨਹੀਂ ਹੈ। ਕਈ ਬੱਚੇ ਪੜ੍ਹਨਾ ਚਾਹੁੰਦੇ ਆ, ਉਹ ਸਾਡੇ ਕੋਲ ਸੋਰਸਿਸ ਨਹੀਂ ਹੈਗੇ। ਔਰ ਜਿਹੜੀ ਚੀਜ਼ਾਂ, ਸਾਰੀ ਮਹਿੰਗਾਈ ਵੱਧ ਰਹੀ ਹੈ, ਡੇਲੀ ਨੀਡਸ ਦੀ ਜਿਹੜੀ ਚੀਜ਼ਾਂ ਇੰਨੀਆਂ ਮਹਿੰਗੀਆਂ ਹੋ ਗਈਆਂ, ਇਹ ਸਾਰੀਆਂ, ਇਸ ਚੀਜ਼ 'ਚ ਥੋੜ੍ਹਾ ਜਿਹਾ ਚੇਂਜ ਹੋਣਾ ਚਾਹੀਦਾ। ਸਬਜ਼ੀ ਦੇ ਦਾਮ ਵੀ ਬਹੁਤ ਮਹਿੰਗੇ। ਹਾਂਜੀ, ਸਾਰੀ ਚੀਜ਼ਾਂ ਦੇ ਅਤੇ ਹਰੇਕ ਚੀਜ਼ ਮਹਿੰਗੀ ਹੈਗੀ ਹੈ। ਕਿਚਨ ਦਾ ਬਜਟ ਵਿਗੜ ਗਿਆ। ਬਿਲਕੁਲ ਬਿਲਕੁਲ, ਸਾਰੀ ਚੀਜ਼ਾਂ ਦਾ ਰੇਟ ਵਧ ਗਿਆ ਹੈ। ਹਾਂਜੀ, ਫਿਰ ਇਸ ਵਾਰ ਤੁਸੀਂ ਕੀ ਸੋਚ ਰਹੇ ਹੋ? ਬਦਲਾਵ ਚਾਹੁੰਦੇ? ਹਾਂਜੀ ਹਾਂਜੀ, ਜਿਹੜੇ ਪ੍ਰੋਮਿਸ ਕਰਦੇ ਆ ਉਹ ਪੂਰਾ ਨਹੀਂ ਕਰਦੇ। ਉਹਨਾਂ ਨੇ ਜਿਹੜੀ ਲਾਸਟ ਵਾਲੀ ਜਿਹੜੀ ਸਰਕਾਰ ਸੀ, ਉਹਨਾਂ ਨੇ ਪ੍ਰੋਮਿਸ ਕਰਿਆ ਸੀ ਬਹੁਤ ਕੁਝ, ਉਹਨਾਂ ਨੇ ਕੁਝ ਨਹੀਂ ਕਰਿਆ, ਤਾਂ ਸਾਰੇ ਹੀ ਚੇਂਜ ਚਾਹੁੰਦੇ ਆ।
ਮੈਂ ਨਹੀਂ, ਸਾਰੇ ਹੀ ਚਾਹੁੰਦੇ ਕਿ ਥੋੜਾ ਜਿਹਾ ਚੇਂਜ ਹੋਏ ਹਰੇਕ ਤੇ ਲਹਿਰ ਮਤਲਬ ਤੁਹਾਨੂੰ ਕੀ ਲੱਗਦਾ ਕਿ ਆਪ ਪਾਰਟੀ ਦੀ ਲਹਿਰ ਹੈ ਜਾਂ ਕਾਂਗਰਸ ਦੀ ਹੈ ਜਾਂ ਫਿਰ ਬੀਜੇਪੀ? ਦੇਖੋ ਜੀ, ਇਹ ਤਾਂ ਇਨਫਲੂਐਂਸ ਹੁੰਦਾ ਹੈ ਵੀ ਜਿਹੜਾ ਪਹਿਲਾਂ ਆ ਕੇ ਸਾਰੇ ਜਿਹੜੇ ਹੈਗੇ ਉਹਨਾਂ ਦੇ ਵੋਟਰਸ ਹੈ ਉਹਨਾਂ ਨੂੰ ਕਿਸ ਤਰ੍ਹਾਂ ਉਹ ਕਰ ਸਕਦੇ ਆ, ਆਪਣੀ ਤਰਫ ਕਰ ਸਕਦੇ ਆ, ਤਾਂ ਇਹ ਚੀਜ਼ਾਂ ਖਤਮ ਹੋਣੀਆਂ ਚਾਹੀਦੀਆਂ। ਸਿੰਪਲ ਜਿਹੜਾ ਪ੍ਰੋਮਿਸ ਕਰ ਰਿਹਾ ਉਸ ਤਰ੍ਹਾਂ ਉਹ ਕਰੇ। ਜਿਸ ਤਰ੍ਹਾਂ ਪਹਿਲਾਂ ਉਹ ਇੱਕ ਪਲਾਨ ਭੇਜਦੇ ਆ ਨਾ ਵੋਟਰ ਤੋਂ ਪਹਿਲਾਂ, ਉਹ ਜਿਹੜਾ ਲਿਖ ਰਿਹਾ ਉਹ ਇਹ ਹੋਣਾ ਚਾਹੀਦਾ ਕਿ ਜੋ ਉਹਨਾਂ ਨੇ ਕਿਹਾ ਉਹ ਹੋ ਜਾਏ, ਲੇਕਿਨ ਐਸਾ ਨਹੀਂ ਹੁੰਦਾ। ਤਾਂ ਉਹਨਾਂ ਦੇ ਫਿਰ ਕੋਈ ਬੋਲਣ ਵਾਲਾ ਨਹੀਂ ਹੈ, ਉਹਨਾਂ ਨੂੰ ਸਿਰਫ ਆਪਣੇ ਵੋਟਸ ਚਾਹੀਦੇ ਆ, ਇਸ ਕਰਕੇ ਉਹ ਰਾਜਪੁਰਾ ਦੀ ਜਨਤਾ ਬਦਲਾਵ ਚਾਹੁੰਦੀ ਹੈ, ਸਾਫ਼ ਤੌਰ ਤੇ ਕਹਿਣਾ। ਆਂਟੀ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਨਾਂ ਕੀ ਹੈ ਜੀ? ਊਸ਼ਾ। ਆਂਟੀ ਜੀ ਲੋਕਲ ਰਹਿੰਦੇ ਹੋ ਇੱਥੇ? ਨਹੀਂ, ਪਿੰਡ ਤੋਂ ਆਏ ਹਾਂ ਅਸੀਂ। ਤੁਹਾਨੂੰ ਕੀ ਲੱਗਦਾ ਕਿਉਂਕਿ ਹੁਣ ਇਲੈਕਸ਼ਨਸ ਦੇ ਵਿੱਚ 2 ਮਹੀਨੇ ਦਾ ਸਮਾਂ ਰਹਿ ਗਿਆ, ਤੁਸੀਂ ਕੀ ਸੋਚ ਰਹੇ ਹੋ ਕਿ ਬਦਲਾਵ ਚਾਹੁੰਦੇ ਹੋ ਜਾਂ ਵੂਮਨ ਹੋਣ ਦੇ ਨਾਤੇ, ਮਹਿਲਾ ਹੋਣ ਦੇ ਨਾਤੇ ਤੁਹਾਨੂੰ ਕੀ ਲੱਗਦਾ ਹੈ ਕਿ ਹੁਣ ਕੁਝ ਹੋਰ ਸੋਚਣ ਦੀ ਵੀ ਲੋੜ ਹੈ ਜਾਂ ਫਿਰ ਜੋ ਵਿਧਾਇਕ ਫਿਲਹਾਲ ਇਸ ਸਮੇਂ ਨੇ ਉਹਨਾਂ ਨੂੰ ਹੀ ਦਿਓ? ਨਹੀਂ, ਉਹ ਤਾਂ ਹੁਣ ਬਦਲਾਵ ਤਾਂ ਹੋਣਾ ਹੀ ਚਾਹੀਦਾ, ਦੇਖੋ ਹੁਣ ਹਰੇਕ ਦੇ ਵਿੱਚ ਹੈ ਨਾ। ਤੇ ਬਾਕੀ ਸਭ ਤੋਂ ਜ਼ਿਆਦਾ ਬਦਲਾਵ ਤਾਂ ਇਸ 'ਚ ਹੀ ਹੋਣਾ ਚਾਹੀਦਾ ਵੀ ਬੱਚਿਆਂ ਦੀ ਪੜ੍ਹਾਈ ਹੈ ਜਿਹੜੀ ਉਹਦੇ ਬਾਰੇ ਸੋਚਿਆ ਜਾਵੇ ਬੱਚਿਆਂ ਨੂੰ, ਬਸ। ਠੀਕ ਹੈ। ਸੋ ਮਹਿਲਾਵਾਂ ਨਾਲ ਅਸੀਂ ਗੱਲਬਾਤ ਕੀਤੀ, ਉਹਨਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਬਦਲਾਵ ਬਹੁਤ ਜ਼ਰੂਰੀ ਹੈ। ਸੋ ਲੋਕਾਂ ਨਾਲ ਗੱਲਬਾਤ ਅਸੀਂ ਕਰ ਰਹੇ ਹਾਂ ਲਗਾਤਾਰ, ਔਰ ਸਾਫ਼ ਤੌਰ ਤੇ ਕਹਿਣਾ ਹੈ ਕਿ ਕਈ ਲੋਕਾਂ ਦਾ ਕਹਿਣਾ ਬਦਲਾਵ ਵੀ ਜ਼ਰੂਰੀ ਹੈ, ਲੇਕਿਨ ਜੋ ਵਿਧਾਇਕ ਸਾਹਿਬ ਨੇ ਕੰਮ ਵੀ ਬਹੁਤ ਕੀਤੇ ਨੇ। ਇੱਥੇ ਇੱਕ ਅੰਕਲ ਜੀ ਮੌਜੂਦ ਨੇ। ਅੰਕਲ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬੇਟਾ, ਸਤਿ ਸ਼੍ਰੀ ਅਕਾਲ। ਕੀ ਨਾਂ ਅੰਕਲ ਜੀ? ਮੇਰਾ ਨਾਮ ਰਾਜੇਸ਼ ਵਰਮਾ ਹੈ। ਮੈਂ ਰਾਜਪੁਰਾ ਗਾਂਧੀ ਕਲੋਨੀ ਤੋਂ ਬਿਲੋਂਗ ਕਰਦਾ ਔਰ ਮੇਰਾ ਫੁੱਲੀ ਜਿਹੜਾ ਇੰਟਰਸਟ ਹੈ ਉਹ ਪੋਲੀਟੀਕਲੀ ਹੈਗਾ। ਇਹ ਰਾਜਪੁਰਾ ਸ਼ਹਿਰ ਜਿਹੜਾ ਹੈ ਜਿਹਨੂੰ ਕਸਤੂਰਬਾ ਗਾਂਧੀ ਨੇ ਵਸਾਇਆ, ਕਸਤੂਰਬਾ ਜੋ ਕਿ ਮਹਾਤਮਾ ਗਾਂਧੀ ਦੀ ਬਹਿਨ ਸੀ, ਉਹਨੇ ਇਸ ਰਾਜਪੁਰੇ ਦੀ ਨੀਂਹ ਰੱਖੀ। ਉਸ ਤੋਂ ਲੈ ਕੇ ਅੱਜ ਤੱਕ ਇਹ ਸ਼ਹਿਰ ਜਿਹੜਾ ਹੈ ਕਾਂਗਰਸ ਦੀ ਉਹੀ ਫੇਵਰ ਕਰਦਾ ਆ ਰਿਹਾ ਹੈ। ਬਟ ਆਉਣ ਵਾਲੇ ਇਸ ਇਲੈਕਸ਼ਨ ਦੇ ਵਿੱਚ 100% ਕਾਂਗਰਸ ਇੱਥੋਂ ਰਾਜਪੁਰੇ ਤੋਂ ਹਾਰੇਗੀ। ਤੁਹਾਡਾ ਕੋਈ ਸਵਾਲ ਹੈ ਤਾਂ? ਲੇਕਿਨ ਅਸੀਂ ਬਹੁਤ ਸਾਰੇ ਲੋਕਾਂ ਨਾਲ ਗੱਲਬਾਤ ਕੀਤੀ, ਉਹਨਾਂ ਦਾ ਕਹਿਣਾ ਹੈ ਕਿ ਵਿਧਾਇਕ ਸਾਹਿਬ ਨੇ ਤਾਂ ਬਹੁਤ ਕੰਮ ਕੀਤਾ ਹੈ। ਕੋਈ ਵੀ ਵਿਕਾਸ ਨਹੀਂ ਹੋਇਆ, ਵਿਕਾਸ ਉਹਨਾਂ ਨੇ ਆਪਣਾ ਕੀਤਾ ਹੈਗਾ। ਵਿਕਾਸ ਦੀ ਮੋਹਰ ਜਿਹੜੀ ਹੈ ਉਹ ਪਬਲਿਕ ਦੱਸੇਗੀ ਆਉਣ ਵਾਲੇ ਟਾਈਮ ਦੇ ਵਿੱਚ। ਇਸ ਵਕਤ ਇਲੈਕਸ਼ਨ ਹੈ ਔਰ ਇਲੈਕਸ਼ਨ ਦੇ ਵਿੱਚ ਕੁਝ ਲੋਕ ਘਬਰਾ ਕੇ ਗੱਲਾਂ ਕਰਦੇ ਹਨ। ਮੈਂ ਕੋਈ ਘਬਰਾਉਣ ਵਾਲਾ ਨਹੀਂ, ਮੈਂ ਕਾਂਗਰਸ ਦੇ ਵਿਰੁੱਧ ਨਹੀਂ ਹਾਂ। ਮੈਂ ਸਿਰਫ ਤੁਹਾਨੂੰ ਮੌਜੂਦਾ ਹਾਲਾਤ ਦੱਸ ਰਿਹਾ ਕਿ ਇਸ ਵਕਤ ਜਿਹੜੀ ਪੋਜੀਸ਼ਨ ਹੈ ਕਾਂਗਰਸ ਦੇ ਬਿਲਕੁਲ ਵਿਰੁੱਧ ਹੈ। ਲੋਕ ਸਿਰਫ ਦਬੀ ਆਵਾਜ਼ ਵਿੱਚ ਗੱਲ ਕਰ ਰਹੇ ਹਨ। ਸੋ ਲੋਕਾਂ ਦੀ, ਜਿਵੇਂ ਕਿ ਤੁਸੀਂ ਦੱਸਿਆ ਤੁਸੀਂ ਇੱਥੇ ਲੋਕਲ ਰਹਿੰਦੇ ਹੋ, ਕੀ ਕੁਝ ਪਰੇਸ਼ਾਨੀਆਂ ਹੈ ਲੋਕਾਂ ਦੀ, ਰਾਜਪੁਰਾ ਦੇ ਜਨਤਾ ਦੀ? ਨਹੀਂ, ਇਸ ਪਰੇਸ਼ਾਨੀ ਜਿਹੜੀ ਹੈ, ਪਰੇਸ਼ਾਨੀ ਹੁੰਦੀ ਹੈ ਜੀ ਇੱਕ ਡਿਸਿਪਲਿਨਡ ਜੋ ਹੈ। ਪਿਛਲੇ 10 ਸਾਲਾਂ ਦੇ ਵਿੱਚ ਕੋਈ ਵੀ ਜਿਹੜਾ ਹੈ ਇੱਥੇ ਬਦਲਾਵ ਨਹੀਂ ਆਇਆ। 2 ਵਾਰੀ ਇੱਥੋਂ ਵਿਧਾਇਕ ਜਿੱਤੇ ਨੇ, 1 ਵਾਰੀ ਹਾਰੇ ਨੇ। ਇਸ ਵਾਰੀ ਬਹੁਤ ਜ਼ਬਰਦਸਤ ਕੰਟੈਸਟ ਹੋ ਰਿਹਾ ਕਿਉਂਕਿ ਪਾਰਟੀਆਂ ਬਹੁਤ ਹੈਗੀਆਂ। ਸੋ ਲਹਿਰ ਕਿਸ ਦੀ ਸਮਝ ਰਹੇ ਹੋ ਤੁਸੀਂ? ਕਿਹਦੀ ਲਹਿਰ? ਜੇ ਸਾਡੀ ਇੱਥੇ ਕਿਸੇ ਵੀ ਬਹੁਲਪੁਰੀ ਬਰਾਦਰੀ ਕੈਂਡੀਡੇਟ ਨੂੰ, ਖਾਸ ਤੌਰ ਤੇ ਜਗਦੀਸ਼ ਜੱਗਾ ਜੀ ਨੂੰ, ਕਿਉਂਕਿ ਕੱਲ ਪ੍ਰਵੀਨ ਛਾਬੜਾ ਜੀ ਦੀ ਟਿਕਟ ਤਾਂ ਕੱਟ ਗਈ, ਨੀਨਾ ਮਿੱਤਲ ਨੂੰ ਮਿਲ ਗਈ। ਅਗਰ ਸਾਡੇ ਕੈਂਡੀਡੇਟ ਜਗਦੀਸ਼ ਜੱਗਾ ਜੀ ਨੂੰ ਕੋਈ ਵੀ ਪਾਰਟੀ ਟਿਕਟ ਦਿੰਦੀ ਹੈ ਤਾਂ ਪੂਰਾ ਸਮਾਜ ਜਿਹੜਾ ਹੈ, ਜਿੱਥੇ 36 ਬਰਾਦਰੀਆਂ ਜਿਹੜੀਆਂ ਇੱਥੇ ਬਿਲੋਂਗ ਕਰਦੀਆਂ, ਉਹ ਜਗਦੀਸ਼ ਜੱਗਾ ਜੀ ਨੂੰ ਸਮਰਥਨ ਕਰਨਗੀਆਂ। ਠੀਕ ਹੈ। ਸੋ ਰਾਜਪੁਰਾ ਦੀ ਸੰਡੇ ਮਾਰਕੀਟ ਦੇ ਵਿੱਚ ਅਸੀਂ ਮੌਜੂਦ ਹਾਂ। ਜ਼ਰਾ ਲੋਕਾਂ ਤੋਂ ਇੱਧਰ ਵੀ ਰਿਐਕਸ਼ਨਸ ਲਵਾਂਗੇ ਕਿ ਕੀ ਕੁਝ ਸੋਚ ਰਹੀ ਹੈ ਰਾਜਪੁਰਾ ਦੀ ਜਨਤਾ, ਉਹਨਾਂ ਦੇ ਦਿਲ ਵਿੱਚ ਕੀ ਹੈ, ਕਿਉਂਕਿ ਹੁਣ ਇਲੈਕਸ਼ਨਸ ਜੋ ਨੇ ਉਹ 2 ਮਹੀਨੇ ਦੇ ਨੇੜੇ ਨੇ। ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਅੰਕਲ ਜੀ। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕੀ ਨਾਂ ਹੈ ਜੀ? ਸੁਖਦੇਵ ਸਿੰਘ। ਸੁਖਦੇਵ ਜੀ, ਕੀ ਕੁਝ ਲੱਗਦਾ ਹੈ ਕਿਉਂਕਿ ਹੁਣ ਇਲੈਕਸ਼ਨਸ ਨੇੜੇ ਨੇ, 2 ਮਹੀਨੇ ਰਹਿ ਗਏ ਨੇ, ਕੀ ਕੁਝ ਸੋਚ ਰਹੇ ਹੋ? 2 ਇਲੈਕਸ਼ਨ ਬਾਰੇ ਸੋਚ ਰਹੇ ਹਾਂ। ਇਲੈਕਸ਼ਨ ਵਧੀਆ ਹੋਣਗੇ, ਹੁਣ ਮੋਦੀ ਨੇ ਫੈਸਲਾ ਕਰ ਦਿੱਤਾ, ਇਲੈਕਸ਼ਨ ਵਧੀਆ ਹੋਣਗੇ ਹੁਣ। ਹਾਂਜੀ ਹਾਂਜੀ। ਪਰ ਇੱਧਰ ਤਾਂ ਜਨਤਾ ਕਹਿ ਰਹੀ ਕਿ ਵਿਧਾਇਕ ਜੀ ਨੇ ਬਹੁਤ ਕੰਮ ਕਰਾਏ ਨੇ। ਕੰਮ ਬਹੁਤ ਕਰਾਇਆ ਕੰਬੋਜ ਸਾਹਿਬ ਨੇ। ਹਾਂਜੀ ਹਾਂਜੀ, ਬਹੁਤ ਕਰਾਏ ਨੇ ਕੰਮ, ਵਧੀਆ। ਕਿੰਨਾ ਵਿਕਾਸ? ਹਾਂਜੀ, ਬਹੁਤ ਵਿਕਾਸ ਹੋਇਆ ਜੀ। ਹਾਂਜੀ। ਜੋ ਲੋਕਲ ਇਸ਼ੂ ਸੀ, ਜੋ ਮੁੱਦੇ ਸੀ, ਕਿ ਉਹ ਸਾਰੇ ਮੁੱਦਿਆਂ ਤੇ ਕੰਮ ਹੋਇਆ? ਸਾਰੇ ਮੁੱਦਿਆਂ ਤੇ ਕੰਮ ਹੋਇਆ ਜੀ। ਥੋੜਾ ਬਹੁਤ ਜਿੱਥੇ ਰਹਿੰਦਾ ਉਹ ਵੀ ਹੋ ਰਿਹਾ। ਹਾਂਜੀ। ਲੇਕਿਨ ਦੂਜੀ ਪਾਰਟੀਆਂ ਦੀ ਵੀ ਬਹੁਤ ਲਹਿਰ ਹੈ। ਕੀ ਕੁਝ? ਹਾਂ, ਦੂਜੀ ਪਾਰਟੀ ਦੀ ਬਹੁਤ ਲਹਿਰ ਹੈ ਜੀ। ਹਾਂਜੀ, ਕੇਜਰੀਵਾਲ ਦੀ ਬਹੁਤ ਲਹਿਰ ਹੈਗੀ ਹੈ ਨੌਜਵਾਨਾਂ ਵਾਸਤੇ, ਲੇਕਿਨ ਕੁਝ ਵੀ ਨਹੀਂ ਹੋਇਆ। ਨੌਜਵਾਨਾਂ ਵਾਸਤੇ ਵੀ ਬਣਾਏ, ਸਟੇਡੀਅਮ ਵਗੈਰਾ ਬਣਾ ਰਹੇ ਹਨ। ਹਾਂਜੀ, ਬਣੇ ਨੇ, ਕੁਝ ਬਣ ਵੀ ਰਹੇ ਨੇ। ਹਾਂਜੀ, ਠੀਕ ਹੈ। ਸੋ ਜਿਵੇਂ ਕਿ ਅਸੀਂ ਤੁਹਾਨੂੰ ਦੱਸਿਆ ਕਿ ਅਸੀਂ ਲਗਾਤਾਰ ਇੱਥੇ ਮਾਰਕੀਟ ਦੇ ਵਿੱਚ ਮੌਜੂਦ ਆ, ਬਹੁਤ ਸਾਰੇ ਨੌਜਵਾਨ ਸਾਨੂੰ ਮਿਲ ਰਹੇ ਨੇ, ਨੌਜਵਾਨ ਪੀੜ੍ਹੀ ਵੀ ਇੱਧਰ ਮੌਜੂਦ ਹੈ, ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਂ ਹੈ ਜੀ? ਗੁਰਦੀਪ ਸਿੰਘ ਜੀ। ਗੁਰਦੀਪ ਜੀ, ਉਮਰ ਕਿੰਨੀ ਹੈ? ਮੇਰੀ 30 ਸਾਲ ਜੀ। ਅੱਛਾ ਗੁਰਜੀਤ ਜੀ, ਜ਼ਰਾ ਸਾਨੂੰ ਇਹ ਦੱਸੋ ਕਿਉਂਕਿ ਹੁਣ ਚੋਣ ਨਜ਼ਦੀਕ ਨੇ, ਇਲੈਕਸ਼ਨਸ ਦੇ ਵਿੱਚ 2 ਮਹੀਨੇ ਦਾ ਸਮਾਂ ਰਹਿ ਗਿਆ, ਨੌਜਵਾਨਾਂ ਵਾਸਤੇ ਕੀ ਕੁਝ ਹੋਇਆ? ਕਿਆ ਇੱਧਰ ਦੇ ਵਿਧਾਇਕ ਨੇ ਕੀ ਕੁਝ ਸਮਝਿਆ ਨੌਜਵਾਨ ਪੀੜ੍ਹੀ ਵਾਸਤੇ? ਨਹੀਂ ਮੈਮ, ਕੁਝ ਨਹੀਂ ਹੋਇਆ ਜੀ, ਬਿਲਕੁਲ ਉੱਥੇ ਹੀ ਖੜਾ ਹੈ ਜੀ। ਮਤਲਬ 2016 'ਚ ਪੋਸਟ ਆਈਆਂ ਸੀ ਮੈਮ, ਹੁਣ ਜਾ ਕੇ ਹੁਣ ਆਈਆਂ ਨੇ ਪੋਸਟਾਂ ਜੀ।
ਹੁਣ ਸੀਐਮ ਬਦਲਿਆ ਮੈਮ, ਹੁਣ ਦੇਖੋ ਕੀ ਕਰਦੇ ਆ ਜੀ। ਫਿਲਹਾਲ ਤਾਂ ਜ਼ੀਰੋ ਮਤਲਬ ਕੋਈ ਡਿਵੈਲਪਮੈਂਟ ਨਹੀਂ ਹੈਗੀ ਜੀ ਇਹਨਾਂ ਦੀ। ਹੁਣ ਜਿਹੜੇ ਮਤਲਬ ਪਿੰਡਾਂ 'ਚ ਸਕੂਲ ਹੈ ਮੈਮ, ਉਹ ਵੀ ਡਿਵੈਲਪਮੈਂਟ ਹਜੇ ਜ਼ੀਰੋ ਹੀ ਹੈ ਉਹਨਾਂ ਦੀ। ਬਾਹਰ ਹੀ ਲਿਖ ਕੇ ਲਗਾਇਆ ਕਿ ਸਮਾਰਟ ਸਕੂਲ ਬਣਾ ਦਿੱਤੇ ਨੇ, ਬਟ ਸਮਾਰਟ ਇਹਨਾਂ ਦਾ ਕੁਝ ਵੀ ਨਹੀਂ ਹੋਇਆ ਜੀ। ਹਜੇ ਵੀ ਉੱਥੇ ਹੀ ਕੰਮ ਹੈ, ਕੋਈ ਮਤਲਬ ਇਹਨਾਂ ਦੀ ਪ੍ਰੋਗਰੈਸ ਨਹੀਂ ਹੈਗੀ। ਤੇ ਨੌਕਰੀਆਂ ਦੇ ਵਿੱਚ ਵੀ ਕੁਝ ਨੌਕਰੀਆਂ ਦਾ ਮੈਮ 2016 'ਚ ਜੋ ਪੋਸਟ ਆਈਆਂ ਸੀ, ਉਸ ਤੋਂ ਬਾਅਦ 2016 ਦੇ ਮੁਕਾਬਲੇ ਇਸ ਵਾਰ ਪੋਸਟਾਂ ਬਹੁਤ ਘੱਟ ਨੇ ਜੀ। ਜੀ ਮੈਮ। ਤੇ ਸਕੂਲ ਕਾਲਜਸ ਬਾਰੇ? ਸਕੂਲ ਮੈਮ ਜੋ ਇਹਨਾਂ ਨੇ ਐਜੂਕੇਸ਼ਨ ਬਾਰੇ ਗੱਲ ਕੀਤੀ ਹੈ, ਜੋ ਇਹਨਾਂ ਨੇ ਮਤਲਬ ਲਿਖ ਕੇ ਲਗਾਏ ਹੋਏ ਨੇ ਸਕੂਲਾਂ ਬਾਹਰ ਵੀ ਸਮਾਰਟ ਸਕੂਲ ਹੈ, ਬਟ ਸਿਰਫ ਮੈਮ 1 ਲੀਟਰ ਪੇਂਟ ਹੀ ਮਤਲਬ ਜੋ ਉਹਨਾਂ ਨੇ ਲਿਖ ਕੇ ਲਗਾਇਆ ਸਿਰਫ ਉਹੀ ਲੱਗਾ ਜੀ। ਇਸ ਤੋਂ ਇਲਾਵਾ ਕੋਈ ਪ੍ਰੋਗਰੈਸ ਨਹੀਂ ਹੈਗੀ ਜੀ। ਸੋ ਨਾ ਕੀ ਹੈ ਜੀ? ਰਾਜਵਿੰਦਰ ਹੈ ਜੀ। ਰਾਜਵਿੰਦਰ ਜੀ, ਕੀ ਲੱਗਦਾ ਹੈ, ਕਿਉਂਕਿ ਹੁਣ ਇਲੈਕਸ਼ਨਸ ਦੇ ਵਿੱਚ 2 ਮਹੀਨੇ ਦਾ ਸਮਾਂ ਰਹਿ ਗਿਆ ਹੈ, ਤੁਹਾਨੂੰ ਕੀ ਲੱਗਦਾ ਇਸ ਵਾਰ ਜਨਤਾ ਜੋ ਹੈ ਬਦਲਾਵ ਚਾਹੁੰਦੀ ਹੈ? ਨੌਜਵਾਨ ਵਾਸਤੇ ਹੋਇਆ ਹੈ, ਕੁਝ ਮਹਿਲਾਵਾਂ ਵਾਸਤੇ ਕੀ? ਲਾਸਟ ਵਿੱਚ ਹੀ ਹੋਇਆ ਹੁਣ ਜਾ ਕੇ, ਹੈ ਨਾ। ਸਰਕਾਰ ਹਰ ਇੱਕ ਪਾਲਿਸੀ ਲੈ ਕੇ ਆ ਰਹੀ ਹੈ, ਹੁਣੇ ਲੈ ਕੇ ਆ ਰਹੀ ਹੈ, ਪਹਿਲਾਂ ਕਿਉਂ ਨਹੀਂ ਲੈ ਕੇ ਆਈ, ਹੈ ਨਾ। ਇਹ ਸਾਰੇ ਜਿਹੜੇ ਮੁੱਦੇ ਹੁਣੇ ਸ਼ੁਰੂ ਹੋ ਰਹੇ ਆ, ਹੈ ਨਾ। ਇਹ ਕੰਮ ਪਹਿਲਾਂ ਹੋਣਾ ਚਾਹੀਦਾ। ਜਿਵੇਂ ਹੁਣ ਦੇਖੋ ਨੌਜਵਾਨਾਂ 'ਤੇ ਜਿਹੜੀ ਹੁਣੇ ਪੋਸਟਾਂ ਕੱਢੀਆਂ ਨੇ ਪੰਜਾਬ ਪੁਲਿਸ ਵਾਲੀਆਂ, ਜਿਹੜੀਆਂ ਉਸ ਵਿੱਚ ਵੀ ਕੈਂਸਲ ਕਰਤੀਆਂ ਨੇ। ਥੋੜਾ ਸਰਕਾਰ ਨੂੰ ਦੇਖਣਾ ਚਾਹੀਦਾ, ਹੈ ਨਾ। ਔਰ ਜੇ ਤੁਸੀਂ ਕਹਿ ਰਹੇ ਹੋ ਕਿ ਜਿਹੜੀ ਸਰਕਾਰ ਕਿਹੜੀ ਆਏਗੀ, ਮੈਨੂੰ ਲੱਗਦਾ ਹੈ ਕਿ ਜਿਹੜੀ ਇਸ ਵਾਰ ਸਰਕਾਰ ਹੈਗੀ ਮਿਕਸ ਹੀ ਆਏਗੀ। ਚਾਹੇ ਉਹ ਹੈ ਨਾ ਅਕਾਲੀ ਆ ਰਹੇ ਹੈ, ਚਾਹੇ ਕਾਂਗਰਸੀ ਆ ਰਹੇ ਹੈ, ਤਾਂ ਆਪ ਵਾਲੇ ਵੀ ਆ ਸਕਦੇ ਆ। ਇਹ ਸਾਰਾ ਕੁਝ ਮਿਕਸਅਪ ਹੀ ਹੋਏਗਾ। ਤੁਹਾਨੂੰ ਲੱਗਦਾ ਇਸ ਵਾਰ ਜਨਤਾ ਬਦਲਾਵ ਚਾਹੁੰਦੀ ਹੈ? ਚਾਹੁੰਦੀ ਤਾਂ ਹੈਗੀ ਆ। ਬਦਲਾਵ ਤੋਂ ਬਿਨਾਂ ਤਾਂ ਕੁਝ ਵੀ ਨਹੀਂ, ਗਤੀ ਨਹੀਂ ਹੈ ਨਾ। ਬਦਲਾਵ ਤਾਂ ਹਰ ਕੋਈ ਚਾਹੁੰਦਾ, ਹੋਣਾ ਚਾਹੀਦਾ ਆ। ਤੁਸੀਂ ਕੀ ਕੁਝ ਕਰਦੇ? ਮੈਂ ਜੋਬ ਕਰਦਾ, ਪ੍ਰਾਈਵੇਟ ਜੋਬ ਕਰਦਾ। ਅੱਛਾ, ਪ੍ਰਾਈਵੇਟ ਜੋਬ। ਉਮਰ ਕਿੰਨੀ ਹੈ? ਹਾਂਜੀ, ਉਮਰ ਕਿੰਨੀ ਹੈ? ਮੇਰੀ 25 ਹੈ ਜੀ। ਹਾਂਜੀ ਹਾਂਜੀ। ਤੇ ਨੌਕਰੀਆਂ ਦੇ ਵਿੱਚ ਕੋਈ ਸਮੱਸਿਆ ਵੀ ਆ ਰਹੀ ਹੈ, ਕੁਝ ਲੱਗ ਰਿਹਾ? ਅੱਛਾ, ਤੁਹਾਨੂੰ ਇਹ ਲੱਗਦਾ ਵੀ ਆਪਣਾ ਕੋਈ ਹੈਗਾ ਜਿਹੜਾ ਬੰਦਾ ਤੂੰ ਉੱਠ ਕੇ ਕਿਤੇ ਬਾਹਰ ਨਹੀਂ ਜਾਣਾ ਚਾਹੁੰਦਾ, ਸਾਰੇ ਜਾਣਾ ਚਾਹੁੰਦੇ, ਕਿਉਂ? ਕਿਉਂਕਿ ਬੇਰੁਜ਼ਗਾਰੀ ਵੱਧ ਰਹੀ ਹੈ ਇੱਥੇ। ਉਹਦਾ ਰੀਜ਼ਨ ਕੀ ਹੈ? ਹਰ ਇੱਕ ਫੀਲਡ ਵਿੱਚ ਕੰਪੀਟੀਸ਼ਨ ਹੈ। ਅੱਛਾ, ਮੈਂ ਹੁਣ ਥੋੜ੍ਹੇ ਦਿਨ ਪਹਿਲਾਂ ਨਾ ਟ੍ਰਾਇਲ ਦੇ ਕੇ ਆਇਆ ਸੀ, ਉੱਥੇ ਦੇਖਿਆ ਸੀ ਅਗਰ 5 ਲੱਖ ਨੇ ਅਪਲਾਈ ਕਰਿਆ ਹੋਇਆ ਨਾ ਪੰਜਾਬ ਪੁਲਿਸ ਅਤੇ ਉਹਦੇ ਜਿਹੜੇ ਬੱਚੇ ਬੁਲਾਏ 25,000 ਬੁਲਾਇਆ, 25,000 ਨੂੰ 4,000 ਨੂੰ ਸਿਲੈਕਟ ਕਰ ਰਿਹਾ। ਆਪਾਂ ਕਿੱਦਾਂ ਕਹਿ ਸਕਦੇ ਕਿ ਬੇਰੁਜ਼ਗਾਰੀ ਘਟ ਰਹੀ? ਬੇਰੁਜ਼ਗਾਰੀ ਤਾਂ ਵੱਧ ਰਹੀ ਹੈ ਨਾ। ਮੁੱਦੇ ਹੈਗੇ ਆ, ਬੜੇ ਹੈਗੇ ਆ, ਕੋਈ ਬੋਲਣ ਵਾਲਾ ਨਹੀਂ ਹੈ ਇਸ ਮੁੱਦੇ 'ਤੇ। ਪੋਸਟਾਂ ਤਾਂ ਬਹੁਤ ਹੈ, ਬੰਦੇ ਵੀ ਬਹੁਤ ਨੇ, ਟੈਲੈਂਟ ਵੀ ਬਹੁਤ ਹੈ, ਲੇਕਿਨ ਨਿਖਰ ਨਹੀਂ ਰਿਹਾ। ਉਹਦਾ ਰੀਜ਼ਨ ਕੀ ਹੈ? ਸਰਕਾਰ ਕੋਲ ਇੰਨਾ ਬਜਟ ਨਹੀਂ ਹੈਗਾ ਕਿ ਹਰ ਇੱਕ ਬੰਦੇ ਨੂੰ ਜੋਬ ਦੇਵੇ। ਪਹਿਲੀ ਗੱਲ ਤਾਂ ਸਰਕਾਰ ਨੂੰ ਹਰ ਇੱਕ ਮੁੱਦੇ ਨੂੰ ਦੇਖਣਾ ਚਾਹੀਦਾ ਕਿ ਜੋਬ ਕਿੱਦਾਂ ਅਸੀਂ ਨਿਊ ਕਿੱਦਾਂ ਲੈ ਕੇ ਆ ਸਕਦੇ ਹਾਂ, ਹੈ ਨਾ। ਆਪਾਂ ਰਿਕਰੂਟਮੈਂਟ ਕਿੱਦਾਂ ਕਰ ਸਕਦੇ ਹਾਂ, ਕੋਈ ਫੀਲਡ ਨਵਾਂ ਤਿਆਰ ਕਿਵੇਂ ਕਰ ਸਕਦੇ। ਅਗਰ ਪ੍ਰਾਈਵੇਟ ਸੈਕਟਰ ਬਣਾਓਗੇ ਤਾਂ ਫਿਰ ਕੁਝ ਨਹੀਂ ਹੋਏਗਾ। ਹਰ ਇੱਕ ਚੀਜ਼ ਪ੍ਰਾਈਵੇਟ ਕਰੋਗੇ ਤਾਂ ਗਵਰਨਮੈਂਟ ਕਿੱਦਾਂ ਚਲਾਏਗੀ, ਹੈ ਨਾ। ਕਿੱਦਾਂ ਆਪਣਾ ਸਰਕਲ ਚੱਲੇਗਾ ਜੀ। ਠੀਕ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਨਾ ਕੀ ਹੈ ਜੀ? ਪ੍ਰਦੀਪ ਸਿੰਘ ਜੀ। ਪ੍ਰਦੀਪ ਜੀ, ਕੀ ਕੁਝ ਲੱਗਦਾ ਹੈ, ਕਿਉਂਕਿ ਹੁਣ 2 ਮਹੀਨੇ ਦੇ ਵਿੱਚ ਚੋਣਾਂ ਹੋ ਰਹੀਆਂ ਨੇ, ਇਲੈਕਸ਼ਨਸ ਨੇ, ਕੀ ਕੁਝ ਲੱਗ ਰਿਹਾ ਕਿ ਰਾਜਪੁਰਾ ਦੀ ਜਨਤਾ ਕੀ ਕੁਝ ਸੋਚ ਰਹੀ ਹੈ, ਬਦਲਾਵ ਚਾਹੁੰਦੀ ਹੈ? ਹਾਲੇ ਤਾਂ ਦੇਖੋ ਕੁਝ ਲੱਗ ਨਹੀਂ ਰਿਹਾ। ਵੈਸੇ ਆਮ ਆਦਮੀ ਪਾਰਟੀ ਵੱਲ ਥੋੜ੍ਹਾ ਜ਼ਿਆਦਾ ਰੁਝਾਨ ਲੱਗ ਰਿਹਾ ਇਸ ਵਾਰ। ਹਾਂਜੀ, ਲੇਕਿਨ ਲੋਕੀ ਕਹਿ ਰਹੇ ਨੇ ਕਿ ਵਿਧਾਇਕ ਜੀ ਨੇ ਕੰਮ ਵੀ ਬਹੁਤ ਕਰਾਏ। ਹਾਂਜੀ, ਉਹਦਾ ਕੰਮ ਵੈਸੇ ਹੋਏ ਵੀ ਹੈਗੇ ਇੱਥੇ, ਜਿਵੇਂ ਫੁਹਾਰਾ ਚੌਂਕ ਪਿੱਛੇ ਬਣਿਆ ਹੈਗਾ, ਆ ਲਾਈਟਾਂ ਲੂਟਾਂ ਲੱਗੀਆਂ, ਉਹਨਾਂ ਨੇ ਕੰਮ ਵੀ ਕਰਾਇਆ। ਪਰ ਲੋਕ ਹੁਣ ਬਦਲਾਅ ਚਾਹ ਰਹੇ ਆ ਵੀ ਸ਼ਾਇਦ ਕੋਈ ਨਵੀਂ ਪਾਰਟੀ ਆਏ, ਕਿਉਂਕਿ ਇੱਕ ਵਾਰੀ ਅਕਾਲੀ ਆ ਜਾਂਦੇ ਆ, ਇੱਕ ਵਾਰੀ ਕਾਂਗਰਸੀ ਆ ਜਾਂਦੇ ਆ। ਮਤਲਬ ਚੇਂਜ ਚਾਹ? ਹਾਂਜੀ, ਚੇਂਜ ਚਾਹ ਰਹੇ ਹਾਂ। ਹਾਂਜੀ। ਤੁਸੀਂ ਕੀ ਕੁਝ ਕੰਮ ਕਰਦੇ? ਮੈਂ ਸਿਵਲ ਇੰਜੀਨੀਅਰ ਹਾਂ। ਅੱਛਾ, ਮੇਰੇ 28 ਸਾਲ ਹੈ। ਤੇ ਲੱਗਦਾ ਹੈ ਕਿ ਸਰਕਾਰ ਨੌਜਵਾਨ ਪੀੜ੍ਹੀ ਵਾਸਤੇ ਵੀ ਕੁਝ ਸੋਚ ਰਹੀ ਹੈ? ਵੈਸੇ ਤਾਂ ਦੇਖੋ ਹਰ ਮੈਨੀਫੈਸਟੋ ਜੋ ਹਰ ਵਾਰੀ ਐਲਾਨ ਕਰਦੇ ਆ ਕਿ ਅਸੀਂ ਸਿਰਫ ਕਰਾਂਗੇ ਕੋਈ ਪਹਿਲਾਂ ਮੋਮਾ ਸਕੋਲਰਸ਼ਿਪ ਮਿਲਦੀ ਹੁੰਦੀ ਸੀ, ਉਹ ਸਕੋਲਰਸ਼ਿਪ ਕਾਂਗਰਸ ਵਾਲੇ ਟਾਈਮ ਬੰਦ ਹੋ ਗਈ ਪਹਿਲਾਂ ਸਟੂਡੈਂਟਸ ਨੂੰ। ਇਸ ਵਾਰ ਦੇਖੋ ਕੀ ਕਰਨਗੇ ਉਹ। ਨੌਕਰੀਆਂ ਵੀ ਨਹੀਂ ਮਿਲ ਰਹੀਆਂ ਹੈਗੀਆਂ। ਹਾਂਜੀ, ਨੌਜਵਾਨ ਪੀੜ੍ਹੀ ਸਫਰ ਕਰ ਰਹੀ ਹੈ। ਹਾਂਜੀ ਹਾਂਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਨਾ ਕੀ ਹੈ ਜੀ? ਯਾਦਵਿੰਦਰ ਸਿੰਘ ਜੀ। ਰਣਜੀਤ ਜੀ, ਤੁਹਾਨੂੰ ਕੀ ਲੱਗਦਾ ਹੈ ਕਿ ਬਦਲਾਵ ਚਾਹੁੰਦੀ ਇਸ ਵਾਰ ਜਨਤਾ, ਕਿਉਂਕਿ ਸਰਕਾਰ ਸੋਚ ਰਹੀ ਹੈ ਨੌਜਵਾਨ ਪੀੜ੍ਹੀ ਵਾਸਤੇ ਨਹੀਂ ਸੋਚ ਰਹੀ? ਮੈਂ ਤਾਂ ਇਹੀ ਕਹਿੰਦਾ ਜੀ, ਬਦਲਾਵ ਤਾਂ ਸਾਨੂੰ ਜ਼ਰੂਰੀ ਚਾਹੀਦਾ ਹੀ ਚਾਹੀਦਾ ਹੈ, ਕਿਉਂਕਿ ਜਿੰਨੀ ਵੀ ਆਪਣੀ ਉਮਰ ਹੋਈ ਹੈ, ਜਿੰਨੀ ਵੀ ਹੰਢਾਈ ਹੈ, ਕਿ ਦੇਖਿਆ ਕੋਈ ਬਦਲਾਵ ਨਹੀਂ ਆ ਰਿਹਾ। ਕਿ ਸਰਕਾਰ ਕੋਈ ਵੀ ਹੁੰਦੀ ਹੈ, ਚਾਹੇ ਕਾਂਗਰਸੀ ਲਾ ਲਓ ਚਾਹੇ ਅਕਾਲੀ ਲਾ ਲਓ, ਇਸ ਕਰਕੇ ਬਦਲਾਵ ਤਾਂ ਚਾਹੀਦਾ ਹੀ ਹੈ ਜੀ। ਸਾਨੂੰ ਨੌਜਵਾਨਾਂ ਨੂੰ ਵੀ ਕਿ ਜਿੱਦਾਂ ਨੌਕਰੀਆਂ ਚਾਹੀਦੀਆਂ, ਕਿਉਂਕਿ ਮੈਂ ਤਾਂ ਪਹਿਲਾਂ ਮੁੰਬਈ ਵੀ ਜੋਬ ਕਰਦਾ ਰਿਹਾ ਡਿਜ਼ਾਈਨ ਇੰਜੀਨੀਅਰ ਦੀ, ਹੁਣ ਇੱਥੇ ਵੀ ਕਰਦਾ, ਆਪਣਾ ਚੰਡੀਗੜ੍ਹ ਕਰਦਾ ਜੋਬ। ਪਰ ਉਹ ਹੈ ਕਿ ਹੋਰਾਂ ਦੀ ਮੈਂ ਦੇਖਦਾ ਨਾ ਹੱਲ ਕਿ ਬਹੁਤ ਜਿਹੜੀ ਸਾਡੇ ਏਜ ਲੈਵਲ ਦੇ ਬੰਦੇ ਆ ਬਹੁਤ ਬੇਰੁਜ਼ਗਾਰ ਬੈਠੇ ਆ, ਬਹੁਤ ਤੰਗ ਹੈ ਜੀ। ਉਹ ਸਾਰੇ ਬਸ ਇਹ ਸੋਚਦੇ ਕਿ ਆਪਣਾ ਬਾਹਰ ਚੱਲੀਏ, ਹੋਰ ਕੋਈ ਉਹਨਾਂ ਕੋਲ ਹੋਰ ਕੋਈ ਹੱਲੇ ਨਹੀਂ ਹੈ, ਸਲਿਊਸ਼ਨ ਹੀ ਨਹੀਂ ਹੈਗਾ ਉਹਨਾਂ ਕੋਲ। ਪੰਜਾਬ 'ਚ ਬੇਰੁਜ਼ਗਾਰੀ ਜੋ ਹੈ ਉਹ ਮੁੱਦਾ ਉੱਧਰ ਦਾ ਉੱਧਰ ਹੀ ਬਣਿਆ। ਬੇਰੁਜ਼ਗਾਰੀ ਤਾਂ ਜੀ ਤੁਸੀਂ ਇੰਨਾ ਕਿਧਰੇ ਵੀ ਲਾਂ ਜਾਓ ਜੀ, ਬਹੁਤ ਬੁਰਾ ਹਾਲ ਹੈ ਸਾਡਾ, ਬਹੁਤ ਬੁਰਾ ਹਾਲ। ਕਿਦੋਂ ਤੁਸੀਂ ਦੇਖੋ ਬੇਰੁਜ਼ਗਾਰੀ ਨਾ, ਜਦ ਬੰਦਾ ਬੇਰੁਜ਼ਗਾਰ ਹੋ ਜਾਂਦਾ ਫਿਰ ਉਹ ਨਸ਼ੇ ਵੱਲ ਵੀ ਜਾਂਦਾ, ਹਰੇਕ ਚੀਜ਼ ਵੱਲ ਧੱਕਿਆ ਜਾਂਦਾ ਉਹ ਆਪਣੇ ਆਪ, ਕਿਉਂਕਿ ਉਹਨੂੰ ਹੋਰ ਸਲਿਊਸ਼ਨ ਹੀ ਨਹੀਂ ਹੈ ਕੋਈ। ਪੜ੍ਹ ਕੇ ਬੰਦਾ ਹੁਣ ਡਿਗਰੀਆਂ ਕਰਕੇ
ਕਿਧਰੇ ਵੀ ਲਾਂ ਜਾਓ, ਕਿਉਂਕਿ ਅਸੀਂ ਐਗਜ਼ਾਮਪਲਾਂ ਦੇਖੀ ਵੀ ਜੀ ਸਾਰੀਆਂ। ਬੰਦਾ 3-3 4-4 ਵਾਰ ਸਰਕਾਰੀ ਪੇਪਰ ਦਿੰਦਾ। ਸਰਕਾਰੀ ਪੇਪਰ ਬੰਦਾ ਇੱਥੇ ਤਾਂ ਦਿੰਦਾ ਕਿਉਂਕਿ ਉਹ ਬੰਦਾ ਬਾਹਰ ਨਹੀਂ ਜਾਣਾ ਚਾਹੁੰਦਾ, ਉਹ ਇੱਥੇ ਹੀ ਰੋਜ਼ਗਾਰ ਲੱਭਣਾ ਚਾਹੁੰਦਾ, ਪਰ ਜਦ ਉਹਨੂੰ ਜੋਬ ਹੀ ਨਹੀਂ ਮਿਲਦੀ ਫਿਰ ਉਹ ਬਾਹਰ ਚਲ ਜਾਂਦਾ। ਪਰ ਤੁਹਾਨੂੰ ਕੀ ਲੱਗਦਾ ਜੇ ਸਰਕਾਰ ਤੁਹਾਨੂੰ ਸੁਣ ਰਹੀ ਹੈ, ਤੁਸੀਂ ਸਰਕਾਰ ਨੂੰ ਕੀ ਕੁਝ ਅਪੀਲ ਕਰੋ? ਪਹਿਲੀ ਗੱਲ ਤਾਂ ਜੀ ਸਰਕਾਰਾਂ ਤਾਂ ਸਾਡੀਆਂ ਬੋਲੀਆਂ, ਪਰ ਅਪੀਲ ਤਾਂ ਸਾਡੀ ਆਈ ਹੈ ਕਿ ਵੱਧ ਤੋਂ ਵੱਧ ਵਧੀਆ ਕਰੋ ਕਿ ਸਾਡੀ ਜਿਹੜੀ ਨੌਜਵਾਨੀ ਹੈ ਖੁਸ਼ ਹੋਵੇ, ਹੈ ਨਹੀਂ ਕਿ ਨਸ਼ੇ ਛੱਡਣ। ਕਿਉਂਕਿ ਜੋ ਹੁਣ ਤੁਸੀਂ ਕੱਲ੍ਹ ਵੀ ਦੇਖਿਆ ਜਿਹੜਾ ਹੱਲ ਹੋਇਆ ਆਪਣਾ ਕਿਸਾਨੀ ਮੋਰਚੇ ਵਾਲਾ, ਹੁਣ ਇਹਦੇ ਨਾਲ ਮੁੰਡੇ ਜਿਹੜਾ ਦੇਖਦੇ ਆ ਹੋਰ ਸਾਰੇ ਹੈ ਨਹੀਂ ਉਹ ਵਧੀਆ ਹੀ ਮੋਟੀਵੇਟ ਹੁੰਦੇ ਆ ਕਿ ਚੱਲ ਚੰਗਾ ਹੋਇਆ ਨਹੀਂ ਆਪਾਂ ਜੁੜ ਕੇ ਰਹੀਏ। ਹੁਣ ਜੇ ਸਰਕਾਰਾਂ ਵੀ ਉੱਦਾਂ ਦਾ ਸੋਚਣਾ ਨਹੀਂ ਕਿ ਚੰਗਾ ਕਰਨ, ਫਿਰ ਆ ਚੰਗਾ ਹੀ ਹੋਊਗਾ। ਹੁਣ ਜੇ ਨਸ਼ੇ ਨਾਲ ਵੋਟ ਪਵਾਉਣੀ ਹੈ, ਚਲੋ ਇਹੋ ਜਿਹੇ ਬੰਦੇ ਮਿਲ ਵੀ ਜਾਂਦੇ ਆ ਵਿਕਣ ਵਾਲੇ, ਹੈ ਨਹੀਂ ਸੱਚੇ ਦਾ ਘੱਟੇ ਹੁੰਦੇ ਆ। ਉਹ ਹੈ ਕਿ ਆਪਣਾ ਵਧੀਆ ਪ੍ਰਚਾਰ ਕਰੋ, ਵਧੀਆ ਆਪਣਾ ਸਰਕਾਰ ਨੂੰ ਮਤਲਬ ਸੋਚਣਾ ਚਾਹੀਦਾ। ਇੱਥੇ ਮਿਕਸ ਰਿਐਕਸ਼ਨਸ ਸਾਨੂੰ ਮਿਲੇ, ਜਿਵੇਂ ਕਿ ਤੁਸੀਂ ਸਮਝਿਆ ਕਿ ਅਸੀਂ ਬਹੁਤ ਲੋਕਾਂ ਨਾਲ ਵੀ ਗੱਲਬਾਤ ਕੀਤੀ, ਨੌਜਵਾਨ ਪੀੜ੍ਹੀ ਨਾਲ ਗੱਲਬਾਤ ਕੀਤੀ, ਮਹਿਲਾਵਾਂ ਨਾਲ ਵੀ ਅਸੀਂ ਗੱਲਬਾਤ ਕੀਤੀ। ਰਾਜਪੁਰਾ ਦਾ ਮੇਨ ਬਾਜ਼ਾਰ ਹੈ, ਮੇਨ ਚੌਕ ਹੈ ਧਾਲੀਵਾਲ ਚੌਕ ਇਸ ਨੂੰ ਕਹਿੰਦੇ ਨੇ, ਜਿੱਥੇ ਲੋਕਾਂ ਦੇ ਮਿਕਸਡ ਰਿਐਕਸ਼ਨ ਸੀ। ਅਕਾਲੀ ਦਲ ਲੋਕਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੀ ਇਸ ਵਾਰ ਅਸੀਂ ਚਾਂਸ ਦੇ ਸਕਦੇ ਹਾਂ ਆਮ ਆਦਮੀ ਪਾਰਟੀ ਨੂੰ ਵੀ, ਤੇ ਨਾਲ ਜੋ ਵਿਧਾਇਕ ਸਾਹਿਬ ਨੇ ਹਰਦਿਆਲ ਸਿੰਘ ਕੰਬੋਜ, ਉਹਨਾਂ ਨੇ ਵੀ ਬਹੁਤ ਸਾਰੇ ਕੰਮ ਕੀਤੇ ਨੇ। ਸੋ ਇਹ ਦੇਖਣਾ ਹੋਵੇਗਾ 2022 ਇਲੈਕਸ਼ਨ ਦੇ ਵਿੱਚ ਕਿ ਰਾਜਪੁਰਾ ਦੀ ਜਨਤਾ ਦੇ ਦਿਲਾਂ ਵਿੱਚ ਕੀ ਹੈ। ਰਾਜਪੁਰਾ ਦੀ ਜਨਤਾ ਕੀ ਬਦਲਾਅ ਚਾਹੁੰਦੀ ਹੈ ਜਾਂ ਨਹੀਂ ਚਾਹੁੰਦੀ, ਜਾਂ ਫਿਰ ਕਾਂਗਰਸ, ਅਕਾਲੀ ਦਲ ਔਰ ਬੀਜੇਪੀ ਕਿਸ ਨੂੰ ਵੋਟ ਦੇਵੇਗੀ। ਸੋ ਐਸੀ ਰਾਜਪੁਰਾ ਦੀ ਜਨਤਾ ਦੇ ਹਾਲ, ਰਾਜਪੁਰਾ ਦੀ ਜਨਤਾ ਦੇ ਦਿਲਾਂ ਵਿੱਚ ਕੀ ਕੁਝ ਹੈ, ਕਿਉਂਕਿ ਰਾਜਪੁਰਾ ਦੀ ਜਨਤਾ ਬਹੁਤ ਮਿਕਸਡ ਰਿਐਕਸ਼ਨਸ ਦੇ ਰਹੀ ਹੈ। ਇੱਕ ਤਰਫ ਉਹ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਵੀ ਜਿੱਤ ਸਕਦੀ ਹੈ ਕਿਉਂਕਿ ਉਹ ਬਦਲਾਅ ਵੀ ਚਾਹੁੰਦੇ ਨੇ, ਲੇਕਿਨ ਜੋ ਵਿਧਾਇਕ ਸਾਹਿਬ ਨੇ ਹਰਦਿਆਲ ਸਿੰਘ ਕੰਬੋਜ, ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਵੀ ਬਹੁਤ ਸਾਰੇ ਕੰਮ ਕੀਤੇ। ਅਸੀਂ ਨੌਜਵਾਨ ਪੀੜ੍ਹੀ ਨਾਲ ਗੱਲਬਾਤ ਕੀਤੀ, ਮਹਿਲਾਵਾਂ ਦੇ ਨਾਲ ਗੱਲਬਾਤ ਕੀਤੀ, ਨੌਜਵਾਨ ਬੱਚੇ ਸੀ, ਨਾਲ ਜੋ ਬੂढ़े ਬਜ਼ੁਰਗ ਸੀ, ਉਹਨਾਂ ਦਾ ਵੀ ਸਾਫ਼ ਤੌਰ ਤੇ ਕਹਿਣਾ ਹੈ ਕਿ ਇਸ ਵਾਰ ਜਨਤਾ ਬਦਲਾਅ ਚਾਹੁੰਦੀ ਹੈ। ਲੇਕਿਨ ਦੇਖਣਾ ਇਹ ਹੋਵੇਗਾ ਕਿ 2022 ਇਲੈਕਸ਼ਨਾਂ ਦੇ ਵਿੱਚ ਰਾਜਪੁਰਾ ਦੀ ਜਨਤਾ ਕੀ ਕੁਝ ਚਾਹੁੰਦੀ ਹੈ। ਸੋ ਅਸੀਂ ਰਾਜਪੁਰਾ ਦੇ ਵਿੱਚ ਮੌਜੂਦ ਸੀ। ਰਾਜਪੁਰਾ ਦਾ ਮੇਨ ਚੌਕ ਹੈ ਧਾਲੀਵਾਲ ਚੌਕ। ਮੈਂ ਰਾਜਪੁਰਾ ਤੋਂ ਪਰਮੀਤ ਕੌਰ ਵਾਲੀਆ, MH1 ਪ੍ਰਾਈਮ ਦੇ ਲਈ ਖਾਸ ਰਿਪੋਰਟ।